हेलो राज जी, सत श्री अकाल मैम, क्या हाल ने? ਹਾਂਜੀ ਠੀਕ ਹੈ ਸਰ, ਕਿਵੇਂ ਹੋ ਤੁਸੀਂ? बहुत वधिया, थैंक यू। ਮੈਂ ਤੁਹਾਡਾ ਬਹੁਤ-ਬਹੁਤ ਵੈਲਕਮ ਕਰਦੀ ਹਾਂ ਮੈਂ ਇਸ ਲਾਈਵ ਸ਼ੋਅ ਦੇ ਵਿੱਚ, ਜਿਹਦਾ ਨਾਮ ਹੈ ਸਫ਼ਰ ਏ ਜ਼ਿੰਦਗੀ। प्लेजर टू बी हियर मैम। ਠੀਕ ਹੈ ਸਰ, ਜਿਵੇਂ ਇਸ ਸ਼ੋਅ ਦੇ ਵਿੱਚ 30 ਐਪੀਸੋਡ ਦੇ ਕੰਪਲੀਟ ਹੋ ਚੁੱਕੇ ਨੇ ਕੱਲ, ਔਰ ਕਾਫੀ ਅੱਛੇ ਆਰਟਿਸਟ ਆਏ ਨੇ, ਔਰ ਅੱਜ ਥੋੜਾ ਡਿਫਰੈਂਟ ਹੋਣ ਜਾ ਰਿਹਾ ਇਸ ਲਾਈਵ ਸ਼ੋਅ ਦੇ ਵਿੱਚ। ਅੱਜ ਇੱਕ ਜਿਮ ਟ੍ਰੇਨਰ ਤੁਸੀਂ ਸਾਡੇ ਨਾਲ ਜੁੜੇ ਹੋ, ਔਰ ਆਪਾਂ ਨੂੰ ਬਹੁਤ ਖੁਸ਼ੀ ਹੈ ਕਿਉਂਕਿ ਕਾਫੀ ਟਾਈਮ ਤੋਂ ਮੈਨੂੰ ਡਿਮਾਂਡ ਆ ਰਹੀ ਸੀ, ਸਾਰੇ ਦਰਸ਼ਕ ਕਹਿ ਰਹੇ ਸੀ ਕਿ ਇੱਕ ਜਿਮ ਟ੍ਰੇਨਰ ਨੂੰ ਲੈ ਕੇ ਆਓ, ਅਸੀਂ ਬਹੁਤ ਸਾਰੇ ਕੁਐਸਚਨਸ ਪੁੱਛਣੇ ਨੇ। ਫਿਰ ਕਿਵੇਂ बिल्कुल ਰੈਡੀ ਹੋ? मैम, बिल्कुल एवर रेडी। सबसे पहला मैं ਤੁਹਾਡਾ स्वागत करती हूँ इस लाइव शो ਦੇ ਵਿੱਚ कि कहते हैं हमारी महफिल में लोग जमकर आते हैं, हमारी महफिल में लोग जमकर आते हैं क्योंकि जहाँ उनके स्वागत के लिए फूल नहीं हम दिल बिछाते हैं। सर दिल बिछा के ਤੁਹਾਡਾ स्वागत करते हैं इस लाइव शो ਦੇ ਵਿੱਚ। थैंक यू मैम, बहुत वधिया शेयर सी। थैंक यू सो मच। ਤੁਹਾਨੂੰ ਮੈਂ ਇੰਟਰੋਡਿਊਸ ਕਰਾਉਣਾ ਜਾਂ ਤੁਸੀਂ ਖੁਦ ਦੱਸੋਗੇ? ਮੈਂ ਪਹਿਲੇ ਦੱਸ ਚੁੱਕੀ ਵੈਸੇ ਸਾਰਿਆਂ ਨੂੰ। ओके, मैं रमन ठाकुर, मैं फिटनेस इंडस्ट्री ਦੇ ਵਿੱਚ ਤਕਰੀਬਨ 1.5-2 ਸਾਲ ਤੋਂ ਹਾਂ ਤੇ 1 ਸਾਲ ਤੋਂ ਮੈਂ ਜਿਮ ਟ੍ਰੇਨਰ ਹਾਂ ਤੇ ਆਨਲਾਈਨ ਟ੍ਰੇਨਿੰਗ ਵੀ ਦੇ ਰਿਹਾ ਤੇ ਬਹੁਤ ਬੰਦਿਆਂ ਦੀ ਹੈਲਪ ਕਰ ਰਿਹਾ, ਕੋਈ weight lose ਕਰ ਰਿਹਾ, ਕੋਈ gain ਕਰ ਰਿਹਾ ਤੇ ਉਹਨਾਂ ਨੂੰ ਇੱਕ ਹੈਲਦੀ ਲਾਈਫ ਜੀਣ ਦੇ ਵਿੱਚ ਹੈਲਪ ਕਰ ਰਿਹਾ। ਹਾਂਜੀ ਸਰ, ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪੁੱਛਾਂਗੀ ਕਿ ਤੁਸੀਂ ਜਿਵੇਂ ਕਿ ਕਿਉਂਕਿ ਘੱਟ ਹੀ ਲੋਕਾਂ ਨੂੰ, ਜ਼ਿਆਦਾਤਰ ਬॉयਜ਼ ਨੂੰ ਹੁੰਦਾ ਹੈ ਕੇਸ ਕਿ ਆਪਾਂ ਜਿਮ ਜੁਆਇਨ ਕਰੀਏ, ਤੁਹਾਨੂੰ ਬਚਪਨ ਤੋਂ ਹੀ ਸ਼ੌਂਕ ਸੀ ਜਾਂ ਫਿਰ ਤੁਸੀਂ ਬਾਅਦ ਵਿੱਚ ਆ ਕੇ ਜਿਮ ਜੁਆਇਨ ਕੀਤਾ? ਨਹੀਂ ਮੈਮ, ਇੱਦਾਂ ਕੁਛ ਸਪੈਸ਼ਲੀ ਨਹੀਂ ਸੀ ਸੋਚਿਆ ਕਿ ਇਸੇ ਇੰਡਸਟਰੀ ਦੇ ਵਿੱਚ ਜਾਣਾ ਹੈ। ਪਹਿਲੇ ਤਾਂ ਜਸਟ ਇਹੀ ਹੁੰਦਾ ਸੀ ਕਿ ਐਕਸਰਸਾਈਜ਼ ਕਰਨ ਦਾ ਜਿਵੇਂ ਹਰ ਬੰਦੇ ਨੂੰ ਸ਼ੌਂਕ ਹੁੰਦਾ ਸੀ, ਮੈਨੂੰ ਵੀ ਸ਼ੌਂਕ ਸੀ। ਸਪੋਰਟਸ ਦੇ ਵਿੱਚ ਕਾਫੀ ਇੰਟਰਸਟ ਸੀ ਤਾਂ ਗੇਮਸ ਵਗੈਰਾ ਖੇਲੀ ਦੀਆਂ ਸੀ। ਫਿਟਨੈਸ ਦਾ ਇੱਕ ਅਲੱਗ ਹੀ ਕਰੇਜ਼ ਹੁੰਦਾ ਸੀ ਕਿ ਹਾਂਜੀ ਫਿਟ ਰਹਿਣਾ ਹੈ, ਤਾਂ ਹੋਰ ਪਤਾ ਨਹੀਂ ਹੈ ਪਰ ਫਿਟ ਰਹਿਣਾ ਹੈ। ਗੇਮ ਕੀ ਹੈ ਕੀ ਨਹੀਂ ਹੈ, ਬਾਡੀ ਬਿਲਡਿੰਗ ਕੀ ਹੈ, ਕੁਝ ਨਹੀਂ ਸੀ ਪਤਾ, ਪਰ ਇੰਨਾ ਪਤਾ ਸੀ ਕਿ ਇੱਕ ਫਿਟਨੈਸ ਜਿਹੜੀ ਹੈ ਉਹ ਰੂਟੀਨ ਪ੍ਰੋਪਰ ਇੱਕ ਬਣਾ ਕੇ ਰੱਖਣੀ ਹੈ। ਤਾਂ ਇਸ ਤਰ੍ਹਾਂ ਕਰਦੇ ਕਰਦੇ ਜਦੋਂ ਮੈਂ ਗ੍ਰੈਜੂਏਟ ਹੋਇਆ, ਮੈਂ BCA ਦੇ ਵਿੱਚ ਗ੍ਰੈਜੂਏਟ ਹੋਇਆ, ਕੰਪਿਊਟਰ ਐਪਲੀਕੇਸ਼ਨਸ ਦੇ ਵਿੱਚ। ਤਾਂ ਵਾਓ। ਐਕਸਰਸਾਈਜ਼ ਤਾਂ ਸ਼ੁਰੂ ਤੋਂ ਕਰ ਰਹੇ ਸੀ ਤੇ ਸੋਚਿਆ ਕਿ ਕਿਉਂ ਨਾ ਕੁਛ ਆਊਟ ਆਫ ਦਾ ਬਾਕਸ ਜਾ ਕੇ ਕੀਤਾ ਜਾਏ, ਜਾਂ ਫਿਟਨੈਸ ਦਾ ਜੇ ਸ਼ੌਂਕ ਹੈ, ਉਸਨੂੰ ਕਰੇਜ਼ ਹੈ, ਤਾਂ ਉਸਨੂੰ ਪ੍ਰੋਫੈਸ਼ਨ ਕਿਉਂ ਨਾ ਬਣਾਇਆ ਜਾਏ। ਤਾਂ ਵਾਓ। ਇਹੀ ਸੋਚਿਆ ਤਾਂ ਜਸਟ ਜਿਮ ਦੇ ਵਿੱਚ ਗਏ, ਜੋ ਜਿੱਥੇ ਅਸੀਂ ਜਿਮ ਕਰਦੇ ਸੀ ਉੱਥੇ ਵੀ ਕਾਫੀ ਐਕਸਪੀਰੀਅੰਸ ਲਿਆ। ਸ਼ੁਰੂਆਤ ਉੱਥੋਂ ਕੀਤੀ, ਥੋੜ੍ਹਾ ਟਾਈਮ ਉੱਥੇ ਰਹੇ, ਫਿਰ ਉੱਥੋਂ ਐਕਸਪੀਰੀਅੰਸ ਲੈ ਕੇ ਇੱਕ ਵਧੀਆ ਜਿਮ ਦੇ ਵਿੱਚ ਐਜ਼ ਅ ਟ੍ਰੇਨਰ ਲੱਗੇ ਤੇ ਹੌਲੀ ਹੌਲੀ ਜਦੋਂ ਥੋੜ੍ਹਾ ਹੋਰ ਐਕਸਪੀਰੀਅੰਸ ਹੋਇਆ ਤਾਂ ਇੱਕ ਸਰਟੀਫਿਕੇਸ਼ਨ ਆਪਣਾ ਕੋਰਸ ਕੀਤਾ ਤੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਅੱਜ ਇੰਨਾ ਕੁ ਐਕਸਪੀਰੀਅੰਸ ਹੋ ਗਿਆ ਕਿ ਕਾਫੀ ਬੰਦੇ ਦੀ ਹੈਲਪ ਕਰ ਰਹੇ ਹਾਂ ਤੇ ਅੱਗੇ ਵੀ ਕਰਾਂਗੇ। ਵਾਓ ਸਰ, ਤੁਸੀਂ ਇੱਕ ਕਮੈਂਟ ਸਟੇਟ ਕਰ ਸਕਦੇ ਹੋ, ਸਾਰੇ ਜਣੇ ਕਹਿ ਰਹੇ ਨੇ ਕਿ ਸਾਨੂੰ ਬਹੁਤ ਸ਼ੌਂਕ ਹੈ ਜਿਮ ਦਾ, ਔਰ ਸਾਰਿਆਂ ਨੂੰ ਬੜਾ ਸ਼ੌਂਕ ਹੈ, ਔਰ ਸਾਰੇ ਜਣੇ ਬਹੁਤ ਅੱਛੇ ਕਮੈਂਟ ਕਰ ਰਹੇ ਨੇ। ਸੋ ਫਰੈਂਡ, ਸਾਰਿਆਂ ਦਾ ਵੈਲਕਮ ਕਰ ਰਹੇ। ਸਰ ਤੁਸੀਂ ਵੀ ਸਾਰਿਆਂ ਨੂੰ ਇੱਕ ਵਾਰੀ ਹੈਲੋ ਬੋਲ ਦਿਓ। ਹੈਲੋ ਐਵਰੀਵਨ, ਜੋ ਵੀ ਤੁਹਾਡੇ ਕੁਐਸਚਨਸ ਨੇ ਪਲੀਜ਼ ਇੱਥੇ ਪੋਸਟ ਕਰੋ, ਮੈਮ ਪੁੱਛਣਗੇ ਤੇ ਮੈਂ ਉਹਨਾਂ ਦਾ ਆਨਸਰ ਕਰਾਂਗਾ। ਹਾਂਜੀ ਜ਼ਰੂਰ ਸਰ। ਸਰ ਜਿਵੇਂ ਤੁਸੀਂ ਇਸ ਟਾਈਮ ਜਿਮ ਟ੍ਰੇਨਰ ਹੋ, ਔਰ ਜਿਸ ਟਾਈਮ ਤੁਸੀਂ ਜਿਮ ਜੁਆਇਨ ਕੀਤਾ ਸੀ, ਸ਼ਾਇਦ ਉਸ ਟਾਈਮ ਮੈਨੂੰ ਲੱਗਦਾ ਕਿ ਕਿਉਂਕਿ ਫਸਟ ਟਾਈਮ ਜੋ ਵੀ ਜਿਮ ਦੇ ਵਿੱਚ ਫਸਟ ਟਾਈਮ ਜਾਂਦਾ ਹੈ, ਪਹਿਲੇ ਉਹਨੂੰ ਕਿਸੇ ਐਕਸਰਸਾਈਜ਼ ਦੇ ਬਾਰੇ ਜ਼ਿਆਦਾ ਨਹੀਂ ਪਤਾ ਹੁੰਦਾ, ਕੁਛ ਨਹੀਂ ਪਤਾ ਹੁੰਦਾ ਅੱਛੀ ਤਰ੍ਹਾਂ। ਸਰ ਤੁਸੀਂ ਉਸ ਟਾਈਮ ਕਿੱਦਾਂ ਦੀ ਸਿਚੁਏਸ਼ਨ ਸੀ, ਕਿਸ ਤਰ੍ਹਾਂ ਮੈਨੇਜ ਕੀਤਾ? ਮੈਮ ਪਹਿਲੇ ਤਾਂ ਜੋ ਕਲਾਇੰਟ ਆਉਂਦਾ ਹੈ ਉਸਨੂੰ ਉਸਦੀ ਰਿਐਲਿਟੀ ਦਿਖਾਣੀ ਜ਼ਰੂਰੀ ਹੁੰਦੀ ਹੈ ਕਿ ਉਹ ਜੋ ਐਕਸਪੈਕਟ ਕਰਕੇ ਆਇਆ ਕਿ ਮੈਂ ਜਾਂਦਿਆਂ ਹੀ ਇਹ ਕਰ ਲਾਂਗਾ ਉਹ ਕਰ ਲਾਂਗਾ, ਉਹ ਤੇ ਉਸਦੇ ਮਾਈਂਡ ਦੇ ਵਿੱਚੋਂ ਬਿਲਕੁਲ ਕੱਢਣਾ ਪੈਂਦਾ। ਹਰ ਬੰਦਾ ਅਲੱਗ ਹੈ, ਹਰ ਬੰਦੇ ਦੀ ਜੈਨੇਟਿਕਸ ਅਲੱਗ ਹੈ, ਹਰ ਬੰਦੇ ਦੀ ਡਾਈਟ ਅਲੱਗ ਹੈ, ਬੰਦੇ ਦਾ ਲਾਈਫ ਸਟਾਈਲ ਅਲੱਗ ਹੈ। ਤਾਂ ਇਸ ਤਰੀਕੇ ਨਾਲ ਉਸਨੂੰ ਕੁਐਸਚਨ ਪੁੱਛਣੇ ਪੈਂਦੇ ਨੇ ਕਿ ਹਾਂਜੀ ਉਹਨਾਂ ਦਾ ਡੇਲੀ ਬਿਹੇਵੀਅਰ ਕੀ ਹੈ, ਉਹਨਾਂ ਦਾ ਲਾਈਫ ਸਟਾਈਲ ਕੀ ਹੈ, ਉਹ ਕੀ ਖਾ ਰਿਹਾ, ਕਿੰਨੀ ਰੈਸਟ ਕਰ ਰਿਹਾ, ਕਿਵੇਂ ਦਾ ਸਟ੍ਰੈਸ ਲੈਵਲ ਹੈ ਉਹਨਾਂ ਦਾ, ਆਮ ਜ਼ਿੰਦਗੀ ਦੇ ਵਿੱਚ ਉਹ ਕਿਵੇਂ ਰਹਿੰਦੇ ਆ, ਤੇ ਪਹਿਲੇ ਕਦੇ ਜਿਮ ਕੀਤਾ ਹੈ ਨਹੀਂ ਕੀਤਾ, ਐਕਸਰਸਾਈਜ਼ ਦੀ ਕੋਈ ਨੌਲੇਜ ਹੈ ਬੇਸਿਕ ਜਾਂ ਨਹੀਂ। ਕਿਉਂਕਿ ਅੱਜ ਕੱਲ੍ਹ ਮੈਂ ਦੇਖਦਾ ਕਾਫੀ ਜਣੇ ਆਉਂਦੇ ਨੇ ਤਾਂ YouTube ਵੇਖ ਕੇ ਜਾਂ ਸੋਸ਼ਲ ਮੀਡੀਆ ਦੇ ਉੱਪਰ ਐਕਸਰਸਾਈਜ਼ ਦੀਆਂ ਵੀਡੀਓਜ਼ ਦੇਖ ਕੇ ਆਉਂਦੇ, ਕਹਿੰਦੇ ਨੇ ਕਿ ਅਸੀਂ ਉਹ ਕਰਨਾ ਚਾਹੁੰਦੇ ਹਾਂ, ਅਸੀਂ ਇਹ ਕਰਨਾ ਚਾਹੁੰਦੇ ਹਾਂ, ਸਾਡੇ ਐਬਸ ਨਹੀਂ ਹੈ, ਇਹ ਹੈ ਉਹ ਹੈ। ਤਾਂ ਇਹ ਡਿਪੈਂਡ ਕਰਦਾ ਹੈ ਹਰ ਬੰਦੇ ਦੇ ਉੱਪਰ ਕਿ ਜਿਹੜਾ ਵੀ ਬੰਦਾ ਆਇਆ ਉਸਦੇ ਆਪਣੇ ਗੋਲਸ ਕੀ ਨੇ ਤੇ ਉਹ ਗੋਲ ਕੀ ਪੋਸੀਬਲ ਨੇ ਜਾਂ ਨਹੀਂ, ਇਹ ਵੀ ਡਿਪੈਂਡ ਕਰਦਾ ਹੈ। ਕਿਉਂਕਿ ਹੋ ਸਕਦਾ ਹੈ ਕਿ ਤੁਸੀਂ ਤੇ ਆਉਂਦੇ ਹੀ ਸੋਚ ਰਹੇ ਹੋਵੋਗੇ ਕਿ ਮੈਂ
ਕਿਸੇ ਉਸ ਬੰਦੇ ਦੀ ਰੀਸ ਕਰ ਲਵਾਂ ਜੋ ਕਿ ਤਕਰੀਬਨ 10-12 ਸਾਲ ਤੋਂ ਐਕਸਰਸਾਈਜ਼ ਕਰ ਰਿਹਾ ਹੋਏ, ਤਾਂ ਇਹ ਚੀਜ਼ਾਂ ਹਰ ਚੀਜ਼ ਮੈਟਰ ਕਰਦੀ ਹੈ ਤੇ ਹਰ ਬੰਦੇ ਦੇ ਆਪਣੇ ਲਾਈਫ ਸਟਾਈਲ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਅਸੀਂ ਉਸਨੂੰ ਕਿਸ ਤਰ੍ਹਾਂ ਦਾ ਸਟਾਰਟ ਦੇਣਾ। ਸਰ ਆਪਣੇ ਕੋਲ ਕੁਐਸਚਨਸ ਵੀ ਆਉਣ ਲੱਗ ਪਏ ਨੇ। ਸੁਖ ਜੀ ਨੇ ਔਰ ਸਿद्धार्थ ਜੀ ਨੇ ਸਾਰਿਆਂ ਨੇ ਕੁਐਸਚਨ ਪੁੱਛੇ ਨੇ ਕਿ हाउ टू गेन वेट। सुख जी ने पूछा है और भाई गेनिंग कैसे करूँ। ये क्वेश्चंस ਦੇ ਆਨਸਰ ਆਪਾਂ ਜ਼ਰੂਰ ਦੇਵਾਂਗੇ। ਸਰ ਜਿਵੇਂ ਮੈਂ ਤੁਹਾਡੇ ਕੋਲ ਪੁੱਛਿਆ ਕਿ ਜਦੋਂ ਫਸਟ ਟਾਈਮ ਤੁਸੀਂ ਜਿਮ ਦੇ ਵਿੱਚ ਗਏ, ਕਿਉਂਕਿ ਜਦੋਂ ਵੀ ਆਪਾਂ ਚਾਹੇ ਆਪਾਂ ਕਾਲਜ ਜੁਆਇਨ ਕਰ ਲਈਏ, ਕਿਤੇ ਵੀ ਜਾਈਏ, ਤੇ ਸਕੂਲ ਟਾਈਮ ਆਪਣੇ ਜਦੋਂ ਫਸਟ ਡੇ ਹੁੰਦਾ ਹੈ ਆਪਾਂ ਨੂੰ ਕਾਫੀ ਮੁਸ਼ਕਿਲਾਂ ਆਉਂਦੀਆਂ ਨੇ, ਕਿਉਂਕਿ ਉੱਥੇ ਐਡਜਸਟ ਬਹੁਤ ਔਖਾ ਹੋ ਜਾਂਦਾ, ਕਿਉਂਕਿ ਆਪਾਂ ਨੂੰ ਲੱਗਦਾ ਕਿ ਜੋ ਆਪਣੇ ਨਾਲ ਦੇ ਸਾਰੇ ਜਣੇ ਉਹਨਾਂ ਨੂੰ ਤਾਂ ਸ਼ਾਇਦ ਕਈਆਂ ਨੂੰ 10 ਸਾਲ ਹੋ ਜਾਂਦੇ ਨੇ। ਕਈ ਵਾਰ ਸਕੂਲ ਵਿੱਚ ਵੀ ਜਾਈਏ, ਕੋਈ ਜੋ ਕਾਫੀ ਦਿਨ ਤੋਂ ਸਕੂਲ ਆ ਰਿਹਾ, ਆਪਾਂ ਲੇਟ ਐਡਮਿਸ਼ਨ ਵੀ ਲਈਏ ਤਾਂ ਵੀ ਕਾਫੀ ਮੈਨੇਜ ਕਰਨਾ ਔਖਾ ਹੋ ਜਾਂਦਾ। ਸਰ ਤੁਹਾਨੂੰ ਵੀ ਕੋਈ ਐਸੀ ਮੁਸ਼ਕਿਲ ਆਈ ਉੱਥੇ ਮੈਨੇਜ ਕਰਨ ਵਿੱਚ? ਜਿਵੇਂ ਕਿ ਮੈਂ ਦੱਸਿਆ ਤੁਹਾਨੂੰ ਕਿ ਮੈਂ ਜਿੱਥੇ ਪਹਿਲੇ ਐਕਸਰਸਾਈਜ਼ ਕਰ ਰਿਹਾ ਸੀ, ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਉਸੇ ਜਿਮ ਤੋਂ ਕੀਤੀ, ਤਾਂ ਮੈਨੂੰ ਤੇ ਇਦਾਂ ਦੀ ਕੋਈ ਮੁਸ਼ਕਿਲ ਨਹੀਂ ਆਈ ਕਿ ਹਾਂਜੀ ਮੈਂ ਜਾਂਦਿਆਂ ਹੀ ਕਹਾਂ ਕਿ ਮੈਨੂੰ ਕੋਈ ਸਾਰੇ ਫੇਸਿਸ ਅਨਨੋਨ ਲੱਗੇ। ਮੈਨੂੰ ਸਾਰੇ ਆਲਮੋਸਟ ਜਾਣਦੇ ਹੀ ਸੀ ਤੇ ਮੈਂ ਵੀ ਉਹਨਾਂ ਨੂੰ ਜਾਣਦਾ ਹੀ ਸੀ। ਪਰ ਇਹ ਕੁਐਸਚਨ ਬਹੁਤ ਵਧੀਆ ਤੁਸੀਂ ਕਿਹਾ ਹੈ ਕਿ ਜਿਵੇਂ ਅਸੀਂ ਸਟਾਰਟਿੰਗ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਜਾਂਦੇ ਹਾਂ, ਜ਼ਰੂਰੀ ਨਹੀਂ ਹੈ ਕਿ ਉਹ ਜਿਮ ਹੀ ਹੋਏ, ਪਰ ਇਹ ਇੱਕ ਮਨ ਦੇ ਵਿੱਚੋਂ ਡਾਊਟ ਕੱਢ ਕੇ ਜਾਓ ਕਿ ਮੈਂ ਕਿਸੇ ਦੇ ਨਾਲ ਕੰਪੈਰੀਜ਼ਨ ਕਰਨ ਜਾ ਰਿਹਾ। ਤੁਸੀਂ ਹੋ, ਤੁਸੀਂ ਆਪਣੀ ਫੀਲਡ ਦੇ ਵਿੱਚ ਬੈਸਟ ਹੋ, ਤੁਸੀਂ ਵਨ ਆਫ ਅ ਕਾਈਂਡ ਹੋ, ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ ਇੱਥੇ। ਤੇ ਜੇ ਤੁਸੀਂ ਕਿਸੇ ਹੋਰ ਨਾਲ ਕੰਪੈਰੀਜ਼ਨ ਕਰ ਰਹੇ ਹੋ ਕਿ ਨਹੀਂ ਯਾਰ ਉਹ ਬੰਦਾ ਤੇ ਬਹੁਤ ਵਧੀਆ ਹੈ, ਮੈਂ ਉਸ ਤੋਂ ਕਿਉਂ ਪਿੱਛੇ ਹਾਂ, ਤੁਸੀਂ ਆਪਣੇ ਪੋਜ਼ੀਟਿਵ ਪੁਆਇੰਟ ਕਿਉਂ ਨਹੀਂ ਦੇਖਦੇ, ਜਾਂ ਤੁਸੀਂ ਆਪਣੀਆਂ ਜੋ ਕਹਿੰਦੇ ਆ ਸਟਰੈਂਥ ਕਿਉਂ ਨਹੀਂ ਦੇਖਦੇ, ਤੁਸੀਂ ਆਪਣੀ ਵੀਕਨੈਸ ਨੂੰ ਕਿਉਂ ਆਪਣੀ ਪਾਵਰ ਬਣਾਉਂਦੇ ਹੋ, ਜਾਂ ਉਹਨਾਂ ਨੂੰ ਕਿਉਂ ਆਪਣੀ ਪਾਵਰ ਦਿੰਦੇ ਹੋ ਕਿ ਮੈਂ ਉਸ ਬੰਦੇ ਤੋਂ ਕਿਉਂ ਘੱਟ ਆ। ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਮੇਰੇ ਵਿੱਚ ਇਹ ਸਪੈਸ਼ਲ ਹੈ ਤੇ ਮੈਂ ਇਸ ਸਪੈਸ਼ਲਿਟੀ ਨੂੰ ਆਪਣੀ ਸਟਰੈਂਥ ਬਣਾਉਣੀ ਹੈ। ਤਾਂ ਇਹ ਮੈਂ ਇਹੀ ਕਹਾਂਗਾ ਸਾਰਿਆਂ ਨੂੰ ਕਿ ਬਿਲਕੁਲ ਨੈਗੇਟਿਵ ਬਿਲਕੁਲ ਨਹੀਂ ਸੋਚਣਾ। ਜੇ ਵੀ ਕਿਸੇ ਵੀ ਲਾਈਨ ਦੇ ਵਿੱਚ ਗਏ ਹੋ ਤਾਂ ਆਪਣਾ ਫੁੱਲ ਕੌਨਫੀਡੈਂਸ ਰੱਖਣਾ ਹੈ, ਆਪਣੇ ਉੱਪਰ ਰੱਖਣਾ ਹੈ ਤੇ ਆਪਣੀ ਮਿਹਨਤ ਕਰਨੀ ਹੈ। ਸ਼ਾਰਟਕਟਸ ਬਿਲਕੁਲ ਵਰਦੀ ਨਹੀਂ ਹੁੰਦੇ, ਨਾ ਉਹਨਾਂ ਦਾ ਕੋਈ ਫਾਇਦਾ ਹੈ। ਤੇ ਇਸ ਲਈ ਹਮੇਸ਼ਾ ਆਪਣੇ ਪੈਸ਼ਨ ਦੇ ਨਾਲ ਰਹੋ, ਆਪਣਾ ਹਾਰਡ ਵਰਕ ਕਰੋ, ਆਪਣਾ ਹੋਮਵਰਕ ਕਰੋ, ਆਪਣੇ ਲਾਈਨ ਦੇ ਵਿੱਚ ਜੋ ਵੀ ਬੰਦੇ ਤੁਹਾਨੂੰ ਮਿਲ ਰਹੇ ਨੇ, ਜੋ ਤੁਹਾਨੂੰ ਲੱਗਦਾ ਕਿ ਬੈਸਟ ਨੇ, ਉਹਨਾਂ ਤੋਂ ਸਿੱਖੋ। ਲਰਨਿੰਗ ਮਸਟ ਨਾਟ ਬੀ ਸਟਾਪਡ ਇਨ ਐਨੀ ਫੇਜ਼ ਆਫ ਲਾਈਫ। ਸੋ ਸਿੱਖਦੇ ਰਹੋ, ਉਹਨੂੰ ਅਪਲਾਈ ਕਰਦੇ ਰਹੋ ਤੇ ਬਹੁਤ ਵਧੀਆ ਤੁਹਾਨੂੰ ਅੱਗੇ ਵੀ ਰਿਸਪੌਂਸ ਮਿਲਦਾ ਰਹੇਗਾ। ਇਹ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਜਦੋਂ ਸਟਾਰਟਿੰਗ ਕੀਤੀ ਉਸ ਤੋਂ ਬਾਅਦ ਪਹਿਲੇ ਸਰ ਤੁਸੀਂ ਕਿ ਉਦੋਂ ਸੁਪਨਾ ਲੈ ਕੇ ਗਿਆ ਸੀ ਕਿ ਮੈਂ ਜਿਮ ਟ੍ਰੇਨਰ ਹੀ ਬਣਨਾ ਹੈ, ਜਾਂ ਫਿਰ ਤੁਸੀਂ ਵੈਸੇ ਹੀ ਗਏ ਸੀ ਆਪਣੀ ਫਿਟਨੈਸ ਨੂੰ ਠੀਕ ਕਰਾਂਗੇ, ਇਸ ਤਰ੍ਹਾਂ ਕੁਝ ਪਹਿਲੇ ਤੁਹਾਡੇ ਮਾਈਂਡ ਵਿੱਚ ਸੀ ਜਾਂ ਫਿਰ ਬਾਅਦ ਵਿੱਚ? ਨਹੀਂ ਮੈਮ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੋਸਟਲੀ ਸਾਰੇ ਬॉयਜ਼ ਨੂੰ ਕ੍ਰੇਜ਼ ਹੁੰਦਾ ਕਿ ਜਿਮ ਲਗਾਉਣਾ ਹੈ। ਹੁਣ ਉਹ ਗੋਲ ਕਿਸੇ ਦਾ ਕੁਝ ਵੀ ਹੋ ਸਕਦਾ, ਕੋਈ ਕਹਿੰਦਾ ਕਿ ਮੈਂ ਬੋਡੀ ਬਣਾਉਣੀ ਹੈ, ਕੋਈ ਕਹਿੰਦਾ ਕਿ ਮੈਂ ਜਸਟ ਫਿਟਨੈਸ ਲਈ ਜਾਣਾ ਹੈ, ਕੋਈ ਕਹਿੰਦਾ ਕਿ ਮੈਂ weight ਘਟਾਉਣ ਜਾਣਾ। ਤਾਂ ਮੇਰਾ ਜਸਟ ਇੰਨਾ ਡ੍ਰੀਮ ਸੀ ਕਿ ਮੈਂ ਜਿਮ ਜਾਵਾਂ ਤਾਂ ਜਸਟ ਇੱਕ ਮੇਨਟੇਨੈਂਸ ਲਈ। ਮੈਨੂੰ ਕੋਈ ਬੋਡੀ ਬਿਲਡਿੰਗ ਦਾ ਸ਼ੌਂਕ ਨਹੀਂ ਸੀ, ਮੈਨੂੰ ਕੋਈ ਫਿਜ਼ੀਕ ਕੰਪੀਟੀਸ਼ਨ ਖੇਲਣ ਦਾ ਸ਼ੌਂਕ ਨਹੀਂ ਸੀ। ਮੈਂ ਜਸਟ ਇੱਕ ਜਾਣਦਾ ਸੀ ਕਿ ਠੀਕ ਹੈ, ਨਾਰਮਲ ਜਿਵੇਂ ਆਮ ਬੰਦਾ ਹੁੰਦਾ ਹੈ, ਇੱਕ ਨਾਰਮਲ ਫਿਟਨੈਸ ਰੂਟੀਨ ਹੋਏ ਕਿ ਘੱਟੋ ਘੱਟ ਮੈਂ ਸਾਰੇ ਦਿਨ ਦੇ ਵਿੱਚ 1-2 ਘੰਟੇ ਆਪਣੀ ਬੋਡੀ ਨੂੰ ਜ਼ਰੂਰ ਦੇਵਾਂ। ਜਸਟ ਇਹ ਮੇਰੇ ਮਾਈਂਡ 'ਚ ਸੀ, ਨਾ ਕੋਈ ਕਦੇ ਫਿਟਨੈਸ ਕਰੀਅਰ ਬਾਰੇ ਸੋਚਿਆ ਸੀ, ਨਾ ਕੁਝ ਸੋਚਿਆ ਸੀ। ਬਟ ਚਲੋ ਰੱਬ ਦੀ ਬਾਈ ਦਾ ਗ੍ਰੇਸ ਆਫ ਗੋਡ ਕਹਾਂ ਕਿ ਅੱਗੇ ਤੋਂ ਅੱਗੇ ਫਿਰ ਐਕਸਪੀਰੀਅੰਸ ਆਉਂਦਾ ਗਿਆ। ਜੋ ਵੀ ਟ੍ਰੇਨਰਸ ਮਿਲੇ, ਗੁਰੂ ਮਿਲੇ, ਅੱਜ ਗੁਰੂ ਪੂਰਨਿਮਾ ਵੀ ਹੈ, ਮੈਂ ਉਹਨਾਂ ਦਾ ਸਾਰਿਆਂ ਦਾ ਥੈਂਕਸ ਕਰਾਂਗਾ ਕਿ ਉਹਨਾਂ ਤੋਂ ਕਾਫੀ ਕੁਝ ਸਿੱਖਿਆ ਤੇ ਅੱਗੇ ਜਾ ਕੇ ਕਾਫੀ ਹੈਲਪ ਹੋਈ ਤਾਂ ਜੋ ਜਾ ਕੇ ਇਸ ਲਾਈਨ ਦੇ ਵਿੱਚ ਕਰੀਅਰ ਬਣਾਇਆ। ਬਿਲਕੁਲ ਸਰ ਜਿਵੇਂ ਤੁਸੀਂ ਇਹ ਜਿਵੇਂ ਆਪਾਂ ਨੂੰ ਕੁਐਸਚਨਸ ਆਏ, ਸੋ ਫਰੈਂਡਸ ਦੁਬਾਰਾ ਤੋਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਹਾਂ ਇਸ ਲਾਈਵ ਸ਼ੋਅ ਦੇ ਵਿੱਚ। ਔਰ ਤੁਸੀਂ ਆਪਣੇ ਆਪਣੇ ਕੁਐਸਚਨ ਸਰ ਉਹਨਾਂ ਤੋਂ ਪੁੱਛ ਸਕਦੇ ਹੋ। ਬਹੁਤ ਹੀ ਅੱਛੇ ਰਮਨ ਠਾਕੁਰ ਜੀ ਆਪਣੇ ਨਾਲ ਅੱਜ ਜਿਮ ਟ੍ਰੇਨਰ ਜੁੜੇ ਹੋਏ। ਫਰੈਂਡਸ ਤੁਸੀਂ ਕੋਈ ਵੀ ਕੁਐਸਚਨ ਉਹਨਾਂ ਤੋਂ ਪੁੱਛ ਸਕਦੇ ਹੋ ਫਿਟਨੈਸ ਦੇ ਨਾਲ ਰਿਲੇਟਡ। ਜਿਵੇਂ ਆਪਾਂ ਨੂੰ ਕੋਈ ਪਹਿਲਾ ਕੁਐਸਚਨ ਆਇਆ ਸੀ, ਕਿਉਂ ਨਾ ਆਪਾਂ ਉਹਨਾਂ ਦਾ ਆਨਸਰ ਦੇ ਦਈਏ? ਬਿਲਕੁਲ ਮੈਮ। ਸਰ ਆਪਣੇ ਕੋਲ ਕੁਐਸਚਨ ਸੀ ਕਿ ਫॉर ਸੁਖ ਜੀ ਨੇ ਪੁੱਛਿਆ ਸੀ ਹਾਊ ਟੂ ਗੇਨ ਵੇਟ। ਹਾਂਜੀ, ਕਹਿ ਸਕਦੇ ਆਪਾਂ ਕਿ 100 ਦੇ ਵਿੱਚੋਂ ਘੱਟੋ ਘੱਟ 19 ਤਾਂ ਐਸੇ ਹੁੰਦੇ ਹੈ ਕਿ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਕਿ ਬਸ ਆਪਾਂ ਬੜੇ ਜ਼ਿਆਦਾ ਪਤਲੇ ਆ। ਕਿਉਂਕਿ weight gain ਕਰਨਾ ਕਈਆਂ ਲਈ ਤਾਂ ਈਜ਼ੀ ਹੁੰਦਾ, ਕਈਆਂ ਲਈ ਨਹੀਂ। ਕਈਆਂ ਨੂੰ ਤਾਂ ਥੋੜਾ ਜਿਹਾ ਖਾਦਾ ਵੀ ਲੱਗ ਜਾਂਦਾ, ਕਈਆਂ ਨੂੰ ਬਿਲਕੁਲ ਨਹੀਂ। ਸਰ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਓਕੇ। ਸੋ
ਮੇਨ ਚੀਜ਼ ਆਉਂਦੀ ਹੈ ਕਿ ਜੋ ਵੀ ਅਸੀਂ ਖਾ ਰਹੇ ਹਾਂ ਉਹ ਹਰ ਚੀਜ਼ ਇੱਕ ਕੈਲਰੀਜ਼ ਦੇ ਵਿੱਚ ਬ੍ਰੇਕ ਡਾਊਨ ਹੁੰਦੀ ਹੈ। ਉਹ ਆਪਾਂ ਇਦਾਂ ਨਹੀਂ ਕਹਿ ਸਕਦੇ ਕਿ ਅਸੀਂ ਓਵਰਆਲ ਸਾਰੇ ਸਾਡੇ ਜਿੰਨਾ ਵੀ ਅਸੀਂ ਖਾ ਰਹੇ ਹਾਂ ਉਹ ਸਭ ਇੱਕ ਕੈਲਰੀਜ਼ ਦੀ ਵਜ੍ਹਾ ਨਾਲ ਹੀ ਸਾਡੀ ਬਾਡੀ ਚੱਲ ਰਹੀ ਹੈ। ਜਿਵੇਂ ਤੁਸੀਂ ਸਮਝ ਲਓ ਕਿ ਕਰੰਸੀ ਹੁੰਦੀ ਹੈ, ਤਾਂ ਸਾਡੇ ਬਾਡੀ ਦੀ ਕਰੰਸੀ ਕੈਲਰੀਜ਼ ਹੈ ਜੋ ਕਿ ਸਾਨੂੰ ATP ਪ੍ਰੋਵਾਈਡ ਕਰਦੀਆਂ ਨੇ, ਜੋ ਅੱਗੇ ਚੱਲ ਕੇ એનર્ਜੀ ਪ੍ਰੋਵਾਈਡ ਕਰਦੀਆਂ ਨੇ। ਤਾਂ ਬਾਡੀ ਦਾ ਇੱਕ ਮੇਨਟੇਨੈਂਸ ਲੈਵਲ ਹੁੰਦਾ ਹੈ। ਅਸੀਂ ਜੋ ਵੀ ਖਾ ਰਹੇ ਹਾਂ ਉਹ ਜੇ ਕਹੀਏ ਕਿ ਉਹ ਲੈਵਲ ਤੱਕ ਪਹੁੰਚ ਰਿਹਾ, ਜਿੰਨਾ ਅਸੀਂ ਖਾ ਰਹੇ ਹਾਂ ਉਹਨਾਂ ਖਰਚ ਹੋ ਰਿਹਾ, ਤਾਂ ਇੱਕ ਲੈਵਲ ਮੇਨਟੇਨ ਰਹਿੰਦਾ ਹੈ। ਫਿਰ ਨਾ ਸਾਡਾ weight ਘਟਦਾ ਹੈ ਤੇ ਨਾ ਵੱਧਦਾ ਹੈ। ਪਰ ਜੇ ਤੁਸੀਂ ਸੋਚਦੇ ਹੋ ਕਿ ਹਾਂਜੀ ਮੇਰਾ ਇੰਨਾ ਲੈਵਲ ਹੈ, ਮੈਂ 1000 ਇੱਕ ਮੇਰਾ ਲੈਵਲ ਹੈ, ਮੇਰੀ ਸੈਲਰੀ ਹੈ, ਪਰ ਜੇ ਹੁਣ ਮੈਂ 1500 ਮੈਨੂੰ 500 ਐਕਸਟਰਾ ਮਿਲ ਜਾਏ ਤਾਂ ਯਾਨੀ ਕਿ ਉਹ 500 ਜਿਹੜਾ ਐਕਸਟਰਾ ਉਹ ਗੇਨ ਹੋਇਆ ਮੈਨੂੰ। ਤਾਂ ਜੇ ਮੇਰੀ ਲੋਡ ਮੈਨੂੰ 1000 ਕੈਲਰੀਜ਼ ਦੀ ਹੈ, ਪਰ ਜੇ ਮੈਂ 1500 ਕੈਲਰੀਜ਼ ਖਾ ਰਿਹਾ ਤਾਂ ਉਹ 500 ਕੈਲਰੀਜ਼ ਐਡ ਆਨ ਹੋਣਗੀਆਂ, ਯਾਨੀ ਕਿ ਮੈਨੂੰ weight ਗੇਨ ਹੋਏਗਾ। ਪਰ ਜੇ ਮੈਂ ਉਹੀ 1000 ਤੋਂ ਥੱਲੇ ਆ ਜਾਂਦਾ, ਜੇ ਮੈਂ ਕਹਾਂ ਕਿ ਮੈਂ 700 800 ਕੈਲਰੀਜ਼ ਡੇਲੀ ਦੀਆਂ ਖਾ ਰਿਹਾ, ਤਾਂ ਉਹ ਜਿਹੜਾ 200 ਕੈਲਰੀਜ਼ ਜਾਂ 300 ਕੈਲਰੀਜ਼ ਦਾ ਡੈਫੀਸਿਟ ਹੈ ਉਹ ਅੱਗੇ ਜਾ ਕੇ ਸਾਡਾ ਫੈਟ ਲਾਸ ਜਾਂ weight ਲਾਸ ਦੇ ਵਿੱਚ ਕਾਊਂਟ ਹੁੰਦਾ। ਤਾਂ ਬੇਸਿਕ ਜੀ ਚੀਜ਼ ਇੰਨੀ ਹੈ ਸਮਝਾਉਣ ਦੇ ਲਈ ਕਿ ਹਰ ਬਾਡੀ ਦਾ ਇੱਕ ਮੈਟਾਬੋਲਿਕ ਰੇਟ ਹੁੰਦਾ ਹੈ। ਜਿਵੇਂ ਕਹਿੰਦੇ ਹੈ ਕਿ ਇੱਕ ਲੈਵਲ ਹੁੰਦਾ, ਹਰ ਬਾਡੀ weight ਹਾਈਟ ਦੇ ਅਕੋਰਡਿੰਗ ਹਰ ਏਜ ਦਾ ਅਲੱਗ ਹੁੰਦਾ, ਉਸ ਦੇ ਅਕੋਰਡਿੰਗ ਹੀ ਚੱਲਣਾ ਚਾਹੀਦਾ ਹੈ ਤੇ ਉਸ ਦੇ ਅਕੋਰਡਿੰਗ ਹੀ ਆਪਣਾ ਇੱਕ BMR ਜਿਹਨੂੰ ਕਹਿੰਦੇ ਅਸੀਂ ਬਾਡੀ ਮਾਸ ਇੰਡੈਕਸ ਹੁੰਦਾ ਹੈ, ਉਸ ਨੂੰ ਆਪਾਂ ਮੇਨਟੇਨ ਕਰਨਾ ਹੁੰਦਾ ਹੈ। ਤਾਂ ਮੇਨਟੇਨੈਂਸ ਲੈਵਲ ਦੀਆਂ ਕੈਲਰੀਜ਼ ਖਾਓ, ਵਧਾਉਣਾ ਹੈ ਤਾਂ ਉਸ ਤੋਂ ਜ਼ਿਆਦਾ ਖਾਓ, ਅਤੇ ਘਟਾਉਣਾ ਹੈ ਤਾਂ ਉਸ ਤੋਂ ਡੈਫੀਸਿਟ ਦੇ ਵਿੱਚ ਜਾਓ, ਯਾਨੀ ਕਿ ਉਸ ਤੋਂ ਘੱਟ ਖਾਓ। ਹਾਂਜੀ, ਬਿਲਕੁਲ ਠੀਕ ਹੈ ਸਰ। ਸੋ ਫਰੈਂਡਸ ਜਿਨ੍ਹਾਂ ਨੇ ਕਮੈਂਟ ਕੀਤੇ ਸੀ, ਤੁਸੀਂ ਬਿਲਕੁਲ ਫੇਰ ਤੋਂ ਉਹੀ ਹੋ, ਆਪਾਂ ਨੂੰ ਕਮੈਂਟ ਆ ਰਹੇ ਨੇ ਹਾਊ ਟੂ ਰਿਡਿਊਸ ਬੈਲੀ ਫੈਟ ਫॉर ਈਵਨ। ਓਕੇ, ਬੈਲੀ ਫੈਟ। ਪਹਿਲੀ ਚੀਜ਼ ਇਹ ਹੈ ਕਿ ਮੈਂ ਇਹ ਡਾਊਟ ਬਿਲਕੁਲ ਕੱਢ ਦੇਣਾ ਚਾਹੁੰਦਾ ਕਿ whoever thinks like we can do spot reducing, you can't do spot reducing. No, if you say कि मैं belly fat ਘੱਟ ਕਰਨੀ ਹੈ ਜਾਂ ਜਸਟ ਮੈਂ ਆਰਮਸ ਦੇ ਉੱਪਰ ਫੈਟ ਹੈ ਉਹ ਮੈਂ ਘੱਟ ਕਰਨੀ ਹੈ, ਜਾਂ ਮੇਰੇ ਬਟਕਸ ਦੇ ਉੱਪਰ ਜਾਂ ਥਾਈਜ਼ ਦੇ ਉੱਪਰ ਜ਼ਿਆਦਾ ਫੈਟ ਹੈ ਮੈਂ ਸਿਰਫ ਉਹ ਘੱਟ ਕਰਨੀ ਹੈ, ਉਹ ਬਿਲਕੁਲ ਨਹੀਂ ਹੋ ਸਕਦਾ। ਜਦੋਂ ਅਸੀਂ ਖਾਂਦੇ ਹਾਂ ਤਾਂ ਸਾਡੀ ਸਾਰੀ ਬਾਡੀ ਦੇ ਉੱਪਰ ਗੇਨਿੰਗ ਹੁੰਦੀ ਹੈ, ਨਾ ਕਿ ਸਿਰਫ ਇੱਦਾਂ ਹੁੰਦਾ ਕਿ ਮੇਰੇ ਡੋਲੇ ਬਾਈਸੈਪਸ ਵੱਡੇ ਹੋ ਜਾਣ ਜਾਂ ਮੇਰੀਆਂ ਲੈਗਸ ਪਤਲੀਆਂ ਨੇ ਤਾਂ ਮੈਂ ਖਾਵਾਂ ਤੇ ਸਿਰਫ ਮੇਰੀਆਂ ਲੈਗਸ ਦੇ ਉੱਪਰ ਲੱਗੇ। ਇਸ ਤਰ੍ਹਾਂ ਨਹੀਂ ਹੁੰਦਾ, ਸਾਡੀ ਬਾਡੀ ਓਵਰਆਲ ਰਿਐਕਟ ਕਰਦੀ ਹੈ। ਤਾਂ ਇਹ ਕਹਿਣਾ ਕਿ ਬਿਲਕੁਲ ਵੈਲੀ ਰਿਡਿਊਸ ਕਰਨਾ ਇਹ ਬਿਲਕੁਲ ਇੱਕ ਸਟੂਪਿਡ ਕੁਐਸਚਨ ਹੈ, ਨਾ ਇਸ ਨੂੰ ਪੁੱਛਿਆ ਜਾਏ। ਤੇ ਸਿੰਪਲ ਦੇ ਵਿੱਚ ਇਹੀ ਕਹਾਂਗਾ ਕਿ ਆਪਣਾ ਕੈਲਰੀਕ ਡੈਫੀਸਿਟ ਦੇ ਵਿੱਚ ਰਹੋ, ਆਪਣੇ ਜਿੰਨਾ ਲੋਡ ਹੈ ਉਸ ਤੋਂ ਘੱਟ ਖਾਓ, ਆਪਣਾ ਪ੍ਰੋਪਰ ਪ੍ਰੋਟੀਨ ਇਨਟੇਕ ਰੱਖੋ, ਕਾਰਬਸ ਤੇ ਫੈਟ ਦੀ ਇਨਟੇਕ ਥੋੜੀ ਘਟਾ ਦਿਓ, ਹੌਲੀ ਹੌਲੀ ਤੁਹਾਡੇ ਓਵਰਆਲ ਬਾਡੀ ਦੇ ਵਿੱਚੋਂ ਫੈਟ ਜਾਏਗੀ। ਤੇ ਬਿਲਕੁਲ ਨਾਲ ਸਟਰੈਂਥ ਟ੍ਰੇਨਿੰਗ ਜ਼ਰੂਰੀ ਹੈ, ਕਿਉਂਕਿ ਮੈਂ ਕਾਫੀ ਬੰਦਿਆਂ ਨੂੰ ਦੇਖਦਾ ਜੋ ਐਕਸਰਸਾਈਜ਼ ਤੋਂ ਭੱਜਦੇ ਨੇ, ਬਟ ਐਕਸਰਸਾਈਜ਼ ਤੋਂ ਬਿਨਾਂ ਤੁਹਾਨੂੰ ਪ੍ਰੋਪਰ 100% ਰਿਜ਼ਲਟ ਨਹੀਂ ਮਿਲਦੇ। ਬਿਲਕੁਲ ਸਰ, ਜਿਵੇਂ ਤੁਸੀਂ ਹੁਣ ਪੀਪਲਸ ਨੂੰ ਵੀ ਟ੍ਰੇਨਿੰਗ ਦਿੰਦੇ ਹੋ, ਕਿ ਤੁਸੀਂ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਐਕਸਰਸਾਈਜ਼ ਦੱਸਦੇ ਹੋ ਸਰ ਕਰਨ ਲਈ? ਉਹ ਵੀ ਡਿਪੈਂਡ ਕਰਦਾ ਮੈਮ, ਹਰ ਪਰਸਨ ਅਲੱਗ ਹੈ, ਹਰ ਪਰਸਨ ਦੀ ਸਟਰੈਂਥ ਅਲੱਗ ਹੈ, ਹਰ ਪਰਸਨ ਦੀ ਇੰਜਰੀਜ਼ ਅਲੱਗ ਨੇ। ਤਾਂ ਉਸ ਹਿਸਾਬ ਦੇ ਨਾਲ ਹੀ ਮੈਂ ਕਹਿੰਦਾ ਕਿ ਬਿਲਕੁਲ ਹਰ ਬੰਦੇ ਦਾ ਗੋਲ ਅਲੱਗ ਹੈ, ਹਰ ਬੰਦੇ ਦੀ ਸਟਰੈਂਥ ਵੀਕਨੈਸਿਸ ਹਰ ਚੀਜ਼ ਨੂੰ ਗੌਰ ਕਰਦੇ ਹੋਏ ਉਸ ਤਰੀਕੇ ਦਾ ਉਹਨਾਂ ਦੇ ਲਈ ਇੱਕ ਫਿਟਨੈਸ ਪ੍ਰੋਗਰਾਮ ਬਣਾਇਆ ਜਾਂਦਾ ਹੈ, ਜੋ ਕਿ ਇੱਕ ਟ੍ਰੇਨਰ ਦਾ ਕੰਮ ਹੈ। ਜੋ ਕਿ ਅਸੀਂ ਦੇਖਦੇ ਹਾਂ ਕਿ ਹਾਂ ਉਸ ਬੰਦੇ ਨੇ ਕੋਈ ਮੈਡੀਕੇਸ਼ਨ ਤੇ ਨਹੀਂ ਹੈ, ਜਾਂ ਕੋਈ ਪੁਰਾਣੀ ਇੰਜਰੀ ਤੇ ਨਹੀਂ ਹੈ, ਕੋਈ ਨੀਜ਼ ਦੇ ਵਿੱਚ ਜਾਂ ਲੋਅਰ ਬੈਕ ਦੇ ਵਿੱਚ ਪੇਨ ਤਾਂ ਨਹੀਂ ਹੈ, ਤੇ ਉਸ ਬੰਦੇ ਨੂੰ ਕੋਈ ਮੈਡੀਕਲ ਕੰਡੀਸ਼ਨਸ ਤਾਂ ਨਹੀਂ ਹੈ, ਕੋਈ ਉਸਨੂੰ ਕਾਰਡੀਅਕ ਡਿਜ਼ੀਜ਼ ਜਾਂ ਕਾਰਡੀਓਵੈਸਕੂਲਰ ਡਿਜ਼ੀਜ਼ ਤਾਂ ਨਹੀਂ ਹੈ, ਜਾਂ ਫਿਰ ਉਹਨੂੰ ਬਲੱਡ ਪ੍ਰੈਸ਼ਰ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈ। ਇਹ ਸਭ ਚੀਜ਼ਾਂ ਆਪਾਂ ਨੋਟਿਸ ਕਰਨ ਤੋਂ ਬਾਅਦ ਉਸਦਾ ਇੱਕ ਪ੍ਰੋਪਰ ਐਕਸਰਸਾਈਜ਼ ਰੂਟੀਨ ਬਣਾਉਂਦੇ ਹਾਂ ਕਿ ਜੋ ਉਸਨੂੰ ਇਫੈਕਟਿਵ ਲੱਗੇ, ਉਸਨੂੰ ਇੱਕ ਬੈਂਕ ਟੂ ਬਕ ਕਹੀਏ ਕਿ ਜੋ ਉਸਦੀ ਮਿਹਨਤ ਜਿਹੜੀ ਹੈ ਉਸਦਾ 100% ਉਸਨੂੰ ਰਿਜ਼ਲਟ ਵੀ ਮਿਲੇ। ਫਿਰ ਉਹ ਸਭ ਐਕਸਰਸਾਈਜ਼ਾਂ ਆਪਾਂ ਇਨਕਲੂਡ ਕਰਦੇ ਹਾਂ। ਹਾਂਜੀ ਸਰ, ਜਿਵੇਂ ਆਪਾਂ ਸੁਣਦੇ ਹਾਂ ਕਿ ਮੈਂ ਵੀ ਸੁਣਿਆ ਹੋਇਆ ਹੈ ਕਿ ਜਦੋਂ ਆਪਾਂ ਰਨਿੰਗ ਕਰਦੇ ਹਾਂ ਉਹਦੇ ਨਾਲ ਆਪਣੀ ਹਾਈਟ ਇਨਕਰੀਜ਼ ਨਹੀਂ ਹੁੰਦੀ, ਇਹਦੇ ਬਾਰੇ ਸਰ ਤੁਹਾਡਾ ਕੀ ਕਹਿਣਾ ਹੈ? ਉਹ ਐਬਸੋਲਿਊਟ ਬੁਲਸ਼ਿਟ ਮੈਮ, ਇੱਦਾਂ ਦਾ ਕੋਈ ਚੀਜ਼ ਨਹੀਂ ਹੈ ਕਿ ਕਿਸੇ ਚੀਜ਼ ਦੇ ਨਾਲ ਐਕਸਰਸਾਈਜ਼ ਦੇ ਨਾਲ ਹਾਈਟ ਰੁਕ ਜਾਏ, ਜਾਂ ਐਕਸਰਸਾਈਜ਼ ਦੇ ਨਾਲ ਆਪਣਾ ਕੁਛ ਵੀ ਹੈ, ਇਸ ਤਰ੍ਹਾਂ ਦਾ ਕੁਛ ਨਹੀਂ ਹੈ। ਇਹ ਸਭ ਸਾਡੀ ਜੈਨੇਟਿਕਸ ਦੇ ਉੱਪਰ ਹੈ। ਸਭ ਕੁਛ ਇਸ ਤਰ੍ਹਾਂ ਦਾ ਹੈ ਕਿ ਜੇ ਹਰ ਬੰਦੇ ਦੀ ਜੈਨੇਟਿਕਸ ਅਲੱਗ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਾਂ ਮੈਂ ਕਿਸੇ ਦੀ ਹਾਈਟ ਰੋਕ ਲਵਾਂਗਾ, ਜਾਂ ਮੈਂ ਕਿਸੇ ਦੀ ਸਟਰੈਂਥ ਖੋ ਲਵਾਂਗਾ, ਜਾਂ ਮੈਂ ਕਿਸੇ ਦੀ ਟੂ ਫਾਸਟ ਮੈਂ ਉਸਨੂੰ ਸਲੋ ਕਰ ਦੇਵਾਂ। ਤੁਸੀਂ ਨਹੀਂ ਕਰ ਸਕਦੇ।
ਤੁਸੀਂ ਬਿਲਕੁਲ ਨਹੀਂ ਕਰ ਸਕਦੇ। ਇਹ ਸਭ ਜੈਨੇਟਿਕਸ ਨੇ, ਹਰ ਬੰਦੇ ਦਾ ਜੈਨੇਟਿਕ ਕੋਡ ਅਲੱਗ ਹੈ ਤੇ ਹਰ ਬੰਦਾ ਉਸੇ ਨੂੰ ਹੀ ਫੋਲੋ ਕਰਦਾ। ਤੁਹਾਡੀ ਹਾਈਟ, ਤੁਹਾਡੀ ਹੈਬਿਟਸ, ਤੁਹਾਡਾ ਫੇਸ, ਤੁਹਾਡੇ ਵਾਲ, ਸਭ ਕੁਝ ਤੁਹਾਡੇ ਜੀਨਸ ਦੇ ਉੱਪਰ ਡਿਪੈਂਡ ਕਰਦਾ। ਸੋ ਬਿਲਕੁਲ ਕੋਈ ਹਾਈਟ ਨਹੀਂ ਰੋਕਦੀ ਮੈਮ। ਓਕੇ ਸਰ, ਜਿਵੇਂ ਤੁਸੀਂ ਜਿਮ ਟ੍ਰੇਨਰ ਹੋ, ਕੀ ਤੁਸੀਂ ਉਹਦੇ ਵਿੱਚ ਗਰਲਸ ਨੂੰ ਵੀ ਟ੍ਰੇਨਿੰਗ ਦਿੰਦੇ ਹੋ ਜਾਂ ਬॉयਜ਼ ਨੂੰ? श्योर मैम, मेरे काफ़ी ऑनलाइन क्लाइंट्स भी ने, मेरे को गर्ल्स ने, मेरे को लेडीज़ ने, मेरे को एज्ड लेडीज़ भी ने, हाँ सब ਨੂੰ ट्रेनिंग दे दी है बिल्कुल। ਓਕੇ ਸਰ, ਜਦੋਂ ਤੁਸੀਂ ਜਿਵੇਂ ਇਹ ਸਟੂਡੈਂਟਸ ਨੂੰ ਸਿਖਾਉਂਦੇ ਹੋ, ਟ੍ਰੇਨਿੰਗ ਦਿੰਦੇ ਹੋ, ਕਿ ਜਦੋਂ ਪ੍ਰੋਗਰੈਸ ਕਰਦੇ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੁੰਦਾ ਹੈ? ਬਿਲਕੁਲ ਮੈਮ, ਐਜ਼ ਅ ਕੋਚ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਤੁਹਾਡੇ ਕੋਲ ਜਿਹੜੇ ਕਲਾਇੰਟਸ ਆਏ ਨੇ ਕਿ ਉਹਨਾਂ ਦਾ ਪਹਿਲੇ ਹੈਲਥ ਕੰਡੀਸ਼ਨਸ ਕੀ ਸੀ, ਉਹ 0 ਤੋਂ 1 ਤੱਕ ਆਏ ਨੇ ਜਾਂ 1 to ਅੱਗੇ ਪ੍ਰੋਗਰੈਸ ਕਰ ਰਹੇ ਨੇ, ਤਾਂ ਤੁਹਾਨੂੰ ਬਿਲਕੁਲ ਬਹੁਤ ਖੁਸ਼ੀ ਹੁੰਦੀ ਹੈ। ਤੇ ਮੂਵਿੰਗ ਔਨ ਦੇਖਿਆ ਜਾਏ ਕਿ ਇੱਕ ਕਲਾਇੰਟ ਨੂੰ ਵੀ ਬੜੀ ਸੈਟਿਸਫੈਕਸ਼ਨ ਮਿਲਦੀ ਹੈ ਕਿ ਜਦੋਂ ਉਹ ਆਪਣੀ ਬਾਡੀ ਦੇ ਵਿੱਚ ਚੇਂਜਸ ਦੇਖਦਾ ਹੈ ਜਾਂ ਉਸਨੂੰ ਲੱਗਦਾ ਹੈ ਕਿ ਨਹੀਂ, ਮੈਂ ਸਟਾਰਟਿੰਗ ਦੇ ਵਿੱਚ ਜਿਵੇਂ ਇੱਕ ਮੇਰੇ ਲਾਸਟ ਵੀਕ ਮੈਨੂੰ ਇੱਕ ਕਲਾਇੰਟ ਦਾ ਮੈਸੇਜ ਆਇਆ ਸੀ ਕਿ ਮੇਰੇ ਕੋਲੋਂ ਸਟੇਅਰਸ ਨਹੀਂ ਚੜੀਆਂ ਜਾਂਦੀਆਂ, ਤਾਂ ਉਹ ਉਹਨਾਂ ਦੀ ਏਜ ਹੈ ਕੋਈ 60 ਪਲੱਸ ਨੇ, ਉਹ 63 ਈਅਰਸ ਓਲਡ ਨੇ, ਤਾਂ ਉਹਨਾਂ ਦੇ ਕਾਫੀ ਓਵਰਵੇਟ ਸੀ, ਓਬੀਸ ਸੀ, ਤਾਂ ਆਪਾਂ ਉਹਨਾਂ ਦਾ 8 ਵੀਕ ਤੱਕ ਉਹਨਾਂ ਨੂੰ ਮੈਂ ਪ੍ਰੋਪਰ ਡਾਈਟ ਦੇ ਉੱਪਰ ਰੱਖਿਆ, ਐਕਸਰਸਾਈਜ਼ ਹਲਕੀ ਫੁਲਕੀ ਕਰਵਾਈ, ਤਾਂ ਉਹਨਾਂ ਦਾ ਮੈਨੂੰ ਮੈਸੇਜ ਆਇਆ ਕਿ ਮੈਂ ਅੱਜ ਸਟੇਅਰਸ ਚੜੀਆਂ। ਚਾਹੇ ਮੇਰੇ ਹਸਬੈਂਡ ਥੋੜੇ ਵਰੀਡ ਸੀ, ਮੈਂ ਵੀ ਨਰਵਸ ਸੀ, ਪਰ ਚੜੀਆਂ। ਤਾਂ ਇਹ ਜਦੋਂ ਚੀਜ਼ਾਂ ਤੁਸੀਂ ਸੁਣਦੇ ਹੋ ਕਿ ਤੁਹਾਡੇ ਕਲਾਇੰਟ ਜਿਹੜੇ ਨੇ ਉਹ ਪ੍ਰੋਗਰੈਸ ਕਰ ਰਹੇ ਨੇ, ਉਹਨਾਂ ਨੂੰ ਆਪ ਚੇਂਜਸ ਮਹਿਸੂਸ ਹੋ ਰਹੇ ਨੇ, ਤਾਂ ਤੁਹਾਨੂੰ ਨੈਚੁਰਲੀ ਕਾਫੀ ਪ੍ਰਾਊਡ ਮਹਿਸੂਸ ਹੁੰਦਾ ਹੈ ਤੇ ਤੁਸੀਂ ਖੁਸ਼ ਹੁੰਦੇ ਹੋ ਤੇ ਇੱਕ ਤਰ੍ਹਾਂ ਦਾ ਤੁਹਾਨੂੰ ਐਕਸਪੀਰੀਅੰਸ ਗੇਨ ਹੁੰਦਾ, ਤਾਂ ਬਹੁਤ ਵਧੀਆ ਲੱਗਦਾ। ਸਰ, ਆਪਾਂ ਨੂੰ ਇੱਕ ਕੁਐਸਚਨ ਆਇਆ ਹੈ ਕਿ ਕਿਹੜੀ ਐਕਸਰਸਾਈਜ਼ ਨਾਲ ਲੈਗ ਸਟਰੈਂਥ ਜਿਹੜੀ ਹੈ, ਬੈਸਟ ਐਕਸਰਸਾਈਜ਼ ਲੈਗ ਸਟਰੈਂਥ ਲਈ ਕਿਹੜੀ ਹੈ? ਓਕੇ, ਸੋ ਲੈਗ ਐਕਸਰਸਾਈਜ਼ਸ ਦੇ ਲਈ ਬੇਸਿਕ ਚੀਜ਼ ਤਾਂ ਮੈਂ ਇਹੀ ਕਹਾਂਗਾ ਕਿ ਸਕੁਆਟਸ ਵਰਗੀ ਕੋਈ ਐਕਸਰਸਾਈਜ਼ ਨਹੀਂ ਹੈ, ਪਰ ਫਿਰ ਮੈਂ ਉਹੀ ਚੀਜ਼ ਕਹਾਂਗਾ ਕਿ ਇਹ ਸਭ ਚੀਜ਼ਾਂ ਜੋ ਨੇ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਓਵਰਆਲ ਹੈਲਥ ਕੰਡੀਸ਼ਨਸ ਕੀ ਨੇ। ਜੇ ਤੇ ਤੁਹਾਡੀ ਕੋਈ ਇੰਜਰੀਜ਼ ਨੇ ਜਾਂ ਕੋਈ ਪੁਰਾਣੀਆਂ ਇੰਜਰੀਜ਼ ਨੇ, ਸਪੋਰਟਸ ਇੰਜਰੀਜ਼ ਨੇ, ਜਾਂ ਤੁਹਾਡੀ ਏਜ ਫੈਕਟਰ ਹੈ, ਤਾਂ ਉਹ ਸਭ ਚੀਜ਼ਾਂ ਤੁਹਾਡੀਆਂ ਨੋਟਿਸ ਹੁੰਦੀਆਂ ਨੇ ਤੇ ਉਸ ਦੇ ਅਕੋਰਡਿੰਗ ਤੁਹਾਡੀ ਬੈਸਟ ਐਕਸਰਸਾਈਜ਼ ਬਣਦੀ ਹੈ। ਨਾ ਕਿ ਇਸ ਤਰ੍ਹਾਂ ਮੈਂ ਦੱਸ ਦੇਵਾਂ ਤੁਹਾਡੇ ਸ਼ਾਇਦ ਹੋ ਸਕਦਾ ਲੋਅਰ ਬੈਕ 'ਚ ਪੇਨ ਹੋਏ ਤਾਂ ਤੁਸੀਂ ਕਰੋ ਤੇ ਉਹ ਪੇਨ ਜ਼ਿਆਦਾ ਵੱਧ ਜਾਏ, ਤਾਂ ਇਸ ਤਰ੍ਹਾਂ ਦੀ ਕੋਈ ਬੈਸਟ ਐਕਸਰਸਾਈਜ਼ ਨਹੀਂ ਹੁੰਦੀ। ਹਰ ਕੰਪਾਊਂਡ ਐਕਸਰਸਾਈਜ਼ ਜਿਹੜੀਆਂ ਹੁੰਦੀਆਂ ਨੇ ਜਿਹਦੇ ਵਿੱਚ ਮਲਟੀ ਜੁਆਇੰਟਸ ਇਨਵੋਲਵ ਹੁੰਦੇ ਨੇ, ਸਿੰਗਲ ਜੁਆਇੰਟਸ ਨਹੀਂ, ਲੈਗਸ ਦੀਆਂ ਮੋਸਟਲੀ ਮਲਟੀ ਜੁਆਇੰਟਸ ਹੁੰਦੀਆਂ ਨੇ, ਚਾਹੇ ਲੈਗ ਪ੍ਰੈਸ ਹੋਏ, ਚਾਹੇ ਸਕੁਆਟਸ ਹੋਣ, ਤਾਂ ਓਵਰਆਲ ਸਭ ਬੈਸਟ ਨੇ। ਚਾਹੇ ਸਾਈਕਲਿੰਗ ਕਰ ਰਹੇ ਹੋ ਤੁਸੀਂ ਹਾਈ ਇੰਟੈਂਸਿਟੀ ਦੇ ਉੱਪਰ, ਉਹ ਵੀ ਬਹੁਤ ਵਧੀਆ ਐਕਸਰਸਾਈਜ਼ ਹੈ, ਬਟ ਮੈਂ ਉਹੀ ਕਹਾਂਗਾ ਕਿ ਬੈਕ ਟੂ ਬੈਕ। ਜੇ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਤਾਂ ਤੁਸੀਂ ਸਕੁਆਟਸ ਲਈ ਜਾ ਸਕਦੇ ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਐਂਕਲਸ ਦੇ ਵਿੱਚ, ਤੁਹਾਡੇ ਨੀਜ਼ ਦੇ ਵਿੱਚ ਜਾਂ ਲੋਅਰ ਬੈਕ ਦੇ ਉੱਪਰ ਪੇਨ ਰਹਿੰਦੀ ਹੈ, ਤਾਂ ਬਿਲਕੁਲ ਤੁਹਾਨੂੰ ਕਿਸੇ ਹੋਰ ਐਕਸਰਸਾਈਜ਼ ਜਾਂ ਲੈਗ ਪ੍ਰੈਸ ਕਿਸੇ ਹੋਰ ਐਕਸਰਸਾਈਜ਼ ਦੇ ਵੱਲ ਜਾਣਾ ਚਾਹੀਦਾ। ਇਸ ਲਈ ਬੈਸਟ ਐਕਸਰਸਾਈਜ਼ ਕੋਈ ਨਹੀਂ ਹੈ, ਇਹ ਤੁਹਾਡੇ ਉੱਪਰ ਡਿਪੈਂਡ ਕਰਦਾ, ਤੁਹਾਡੀ ਹੈਲਥ ਕੰਡੀਸ਼ਨਸ ਦੇ ਉੱਪਰ ਡਿਪੈਂਡ ਕਰਦਾ। ਬਿਲਕੁਲ ਸਰ, ਜਿਵੇਂ ਮੇਰੇ ਇੱਕ ਕੁਐਸਚਨ ਆਇਆ ਸੀ ਕਿ ਜਦੋਂ ਕੋਈ ਵੀ ਕਲਾਇੰਟਸ ਆਉਂਦੇ ਨੇ ਸਾਰੇ ਜਣੇ, ਕਿ ਕੋਈ ਐਸੀ ਕਾਮਨ ਐਕਸਰਸਾਈਜ਼ ਜਿਹੜੀ ਸਾਰਿਆਂ ਨੂੰ ਤੁਸੀਂ ਦੱਸਦੇ ਹੋ? ਕੰਪਾਊਂਡ ਐਕਸਰਸਾਈਜ਼ਸ ਮੈਮ, ਕੰਪਾਊਂਡ ਐਕਸਰਸਾਈਜ਼ਸ, ਕਿਉਂਕਿ ਇਹ ਮੇਨ ਚੀਜ਼ ਹੁੰਦੀ ਹੈ ਕਿ ਜਿਹੜਾ ਕਲਾਇੰਟ ਨੂੰ ਵੀ ਜ਼ਿਆਦਾ ਫਾਇਦਾ ਮਿਲੇ ਅਤੇ ਉਸਦੀ ਸਟਰੈਂਥ ਵੀ ਓਵਰਆਲ ਵਧੇ, ਉਸਦੀਆਂ ਕੈਲਰੀਜ਼ ਜ਼ਿਆਦਾ ਬਰਨ ਹੋਣ, ਇਸ ਤਰ੍ਹਾਂ ਦੀਆਂ ਐਕਸਰਸਾਈਜ਼ ਕਰਵਾਉਣੀਆਂ ਹਮੇਸ਼ਾ ਫਾਇਦਾ ਰਹਿੰਦਾ ਹੈ। ਚਾਹੇ ਉਹ ਮਲਟੀ ਜੁਆਇੰਟ ਕੋਈ ਵੀ ਐਕਸਰਸਾਈਜ਼ ਹੋ ਸਕਦੀ ਹੈ, ਬੈਂਚ ਪ੍ਰੈਸ ਹੋ ਸਕਦੀ ਹੈ, ਸਕੁਆਟਸ ਹੋ ਸਕਦੀਆਂ ਹੈ, ਡੈਡ ਲਿਫਟ ਹੋ ਸਕਦੀ ਹੈ, ਆਪਣਾ ਓਵਰਹੈਡ ਪ੍ਰੈਸ ਹੋ ਸਕਦੀ ਹੈ, ਕੋਈ ਵੀ ਐਕਸਰਸਾਈਜ਼ ਹੋ ਸਕਦੀ ਹੈ ਜਿਹਦੇ ਨਾਲ ਓਵਰਆਲ ਮੋਸਟਲੀ ਇਹੀ ਕਾਮਨ ਹੁੰਦੀਆਂ ਨੇ। ਜਿਹੜੀਆਂ ਮਲਟੀ ਜੁਆਇੰਟ ਐਕਸਰਸਾਈਜ਼ ਜਾਂ ਕੰਪਾਊਂਡ ਐਕਸਰਸਾਈਜ਼ ਨੇ, ਹਰ ਆਪਾਂ ਐਕਸਰਸਾਈਜ਼ ਦੇ ਵਿੱਚ 1-2 ਐਕਸਰਸਾਈਜ਼ ਇੱਦਾਂ ਦੀਆਂ ਪਾਉਂਦੇ ਹਾਂ ਜਿਹਦਾ ਜ਼ਿਆਦਾ ਤੋਂ ਮੈਕਸਿਮਮ ਰਿਜ਼ਲਟ ਸਾਨੂੰ ਮਿਲੇ। ਬਿਲਕੁਲ ਸਰ, ਅਗਰ ਹੁਣ ਆਪਾਂ ਤੁਹਾਡੇ ਕੋਲ ਇੱਕ ਕੁਐਸਚਨ ਪੁੱਛਾਂ ਕਿ ਤੁਸੀਂ ਜਿਮ ਟ੍ਰੇਨਰ ਹੋ ਔਰ ਇਸ ਦੇ ਨਾਲ ਨਾਲ ਤੁਸੀਂ ਹੋਰ ਕਿਹੜੇ ਸ਼ੌਂਕ ਰੱਖਦੇ ਹੋ, ਸਿੰਗਿੰਗ ਵਗੈਰਾ ਕੁਝ ਵੀ? ਨਹੀਂ ਮੈਮ, ਮੈਂ ਸਿੰਗਿੰਗ ਤਾਂ ਨਹੀਂ ਕਰਦਾ, ਬਟ ਹਾਂਜੀ ਮੈਨੂੰ ਹਾਈਕਿੰਗ ਦਾ ਬਹੁਤ ਸ਼ੌਂਕ ਹੈ। ਮੈਂ ਕੈਂਪਿੰਗ ਕਰਦਾ ਰਹਿੰਦਾ, ਮੈਂ ਹਾਈਕਿੰਗ ਲਈ ਜਾਂਦਾ, ਮੈਂ ਵੈਸੇ ਟਰੈਵਲ ਦਾ ਮੈਨੂੰ ਬਹੁਤ ਸ਼ੌਂਕ ਹੈ। ਮੈਂ ਆਲਮੋਸਟ 70% ਤੇ ਇੰਡੀਆ ਘੁੰਮ ਹੀ ਲਿਆ ਹੈ। ਬਾਕੀ ਇਸ ਤਰ੍ਹਾਂ ਦਾ ਮੈਨੂੰ ਸ਼ੌਂਕ ਹੈ, ਮੈਂ ਜ਼ਿਆਦਾ ਟੈਲੈਂਟਿਡ ਤਾਂ ਨਹੀਂ ਹੈ ਕਿ ਜਿਹੜਾ ਸਿੰਗਿੰਗ ਜਾਂ ਡਾਂਸਿੰਗ ਦੇ ਵਿੱਚ ਜਾਵਾਂ, ਪਰ ਬਿਲਕੁਲ ਬਾਕੀ ਕਾਫੀ ਸ਼ੌਂਕ ਨੇ।
ਥੋੜਾ ਬਹੁਤਾ ਤੇ ਕੋਈ ਸ਼ੌਂਕ ਹੋਏਗਾ ਇਸ ਤਰ੍ਹਾਂ ਦਾ ਕੋਈ? ਹਾਂਜੀ, ਮੈਂ ਗਾਰਡਨਿੰਗ ਕਰਦਾ, ਮੈਂ ਬੁੱਕਸ ਰੀਡ ਕਰਦਾ, ਮੈਂ ਟਰੈਵਲ ਕਰਦਾ, ਫੂਡ ਕੁਕਿੰਗ ਦਾ ਕਾਫੀ ਐਕਸਪੀਰੀਅੰਸ ਸ਼ੌਂਕ ਰਿਹਾ ਹੈ ਮੈਨੂੰ, ਤੇ ਉਹ ਵੀ ਕਰਦਾ। ਤੇ ਸਭ ਤੋਂ ਜ਼ਿਆਦਾ ਟੇਸਟੀ ਚੀਜ਼ ਕਿਹੜੀ ਬਣਾਉਂਦੇ ਹੋ ਤੁਸੀਂ, ਕਿਹੜਾ ਫੂਡ ਬਣਾਉਂਦੇ ਹੋ? ਮੈਮ, ਜੇ ਤਾਂ ਤੁਸੀਂ ਜਿਮ ਵਾਲਿਆਂ ਨੂੰ ਪੁੱਛੋਗੇ ਉਹਨਾਂ ਦੇ ਲਈ ਜੋ ਹੈਲਦੀ ਹੈ ਉਹੀ ਟੇਸਟੀ ਹੈ, ਸਾਨੂੰ ਟੇਸਟ ਦਾ ਫਰਕ ਹੀ ਨਹੀਂ ਪੈਂਦਾ। ਅਸੀਂ ਮੇਨ ਹੁਣ ਨਿਊਟ੍ਰੀਸ਼ਨ ਦੇਖਣ ਦੇ ਉੱਪਰ ਜ਼ਿਆਦਾ ਫੋਕਸ ਕਰਦੇ ਹਾਂ, ਨਾ ਕਿ ਆਪਾਂ ਟੇਸਟ ਦੇ ਉੱਪਰ ਫੋਕਸ ਕਰਦੇ ਹਾਂ। ਇਸ ਤਰ੍ਹਾਂ ਫਿਰ ਵੀ ਵੀ ਹੋ ਮੈਂ ਸਕਦਾ ਹੋਵੇ। ਵੈਜੀਟੇਰੀਅਨ ਆ ਤਾਂ ਪਨੀਰ ਦੀਆਂ ਡਿਸ਼ਿਸ ਜ਼ਿਆਦਾ ਮੈਨੂੰ ਪਸੰਦ ਨੇ। ਓਕੇ। ਇਸ ਤਰ੍ਹਾਂ ਵੀ ਹੁੰਦਾ ਜਿਵੇਂ ਤੁਹਾਨੂੰ ਕੁਕਿੰਗ ਦਾ ਸ਼ੌਂਕ ਹੈ ਕਿ ਕੋਈ ਤੁਸੀਂ ਇਸ ਤਰ੍ਹਾਂ ਦਾ ਡਿਸ਼ ਬਣਾਈ ਹੋਵੇ ਕਿ ਤੁਹਾਡੀ ਫੈਮਿਲੀ ਮੈਂਬਰਸ ਨੇ ਬਹੁਤ ਟੇਸਟ ਕੀਤੀ ਹੋਵੇ ਕਿ ਤੁਸੀਂ ਬਹੁਤ ਅੱਛੀ ਖਾਂਦੇ ਹੋ? ਨਹੀਂ, ਮੇਰੀ ਫੈਮਿਲੀ ਮੇਰੀਆਂ ਡਿਸ਼ਿਸ ਨਹੀਂ ਖਾਂਦੀ ਮੈਮ। ਤੇ ਆਪਣੇ ਕੋਲ ਕਾਫੀ ਕੁਐਸਚਨਸ ਆ ਰਹੇ ਨੇ ਕਿ ਤੁਸੀਂ ਥੋੜਾ ਜਿਹਾ, ਕਾਫੀ ਜਣੇ ਸਾਰੇ ਤੁਹਾਡੇ ਫੈਨਸ ਆਪਣੇ ਨਾਲ ਜੁੜ ਚੁੱਕੇ ਨੇ, ਦੇਖ ਰਹੇ ਨੇ ਲਾਈਵ ਸ਼ੋ ਔਰ ਕਹਿ ਰਹੇ ਨੇ ਕਿ ਵਿੱਚ ਬੋਲਿਓ, ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਨੂੰ ਪੰਜਾਬੀ नहीं आती। यस यस मैम, आई कैन सी। म्यूरेश, म्यूरेश मेरे भाई, हिंदी में नहीं यार, पंजाबी में चल रहा है अभी तो, जितना भी है अभी थोड़ा अंडरस्टैंड कर लो। ही इज वन ऑफ माय कोर्समेट मैम। तो जिवें अपने कोल क्वेश्चन आया कि थायराइड की कोई प्रॉब्लम है शायद, तो ਉਹਦੇ ਨਾਲ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕਈਆਂ ਦਾ weight ਬਹੁਤ ਗੇਨ ਹੋ ਜਾਂਦਾ ਹੈ, ਕਈ ਕਾਫੀ ਮੋਟੇ ਹੋ ਜਾਂਦੇ, ਕਈ ਪਤਲੇ ਹੋ ਜਾਂਦੇ। ਸਰ ਉਹਦੀ ਕੀ ਪ੍ਰੋਬਲਮ ਹੈ ਥਾਇਰਾਇਡ ਦੇ ਕਾਰਨ, ਤੇ ਉਸ ਤੋਂ ਬਾਅਦ ਆਪਾਂ ਕਿਹੜੀ ਐਕਸਰਸਾਈਜ਼ ਕਰੀਏ ਜਾਂ ਜਿਮ ਜੁਆਇਨ ਕਰੀਏ, ਫਿਰ ਉਹਦੇ ਨਾਲ ਆਪਾਂ ਨੂੰ ਕਾਫੀ ਬੈਨੀਫਿਟ ਹੋ ਸਕਦਾ, ਇਸ ਤਰ੍ਹਾਂ ਹੈ ਸਰ ਕੁਝ? ਬਿਲਕੁਲ ਮੈਮ, ਜਦੋਂ ਅਸੀਂ ਓਵਰਵੇਟ ਹੋ ਜਾਂਦੇ ਹਾਂ ਤਾਂ ਸਾਡੇ ਅੰਦਰ ਜਿਹੜੇ ਹਾਰਮੋਨਸ ਹੁੰਦੇ ਨੇ ਉਹਨਾਂ ਦਾ ਬੈਲੈਂਸ ਬਿਲਕੁਲ ਖਰਾਬ ਹੁੰਦਾ, ਚਾਹੇ ਉਹ ਥਾਇਰਾਇਡ ਹੋਏ, ਚਾਹੇ ਉਹ ਕੋਈ ਵੀ ਐਸਟ੍ਰੋਜਨ ਹੋਏ, ਟੈਸਟੋਸਟਰੋਨ ਹੋਏ, ਉਹ ਹਰ ਚੀਜ਼ ਦਾ ਇਫੈਕਟ ਕਰਦਾ ਜਦੋਂ ਅਸੀਂ ਓਵਰਵੇਟ ਹੋ ਜਾਂਦੇ ਹਾਂ। ਤਾਂ ਇਸ ਦੇ ਲਈ ਤੁਹਾਨੂੰ ਇੱਕ ਸਪੈਸੀਫਿਕ ਡਾਕਟਰ ਦੇ ਕੋਲ ਜਾ ਕੇ ਸਾਨੂੰ ਇੱਕ ਪ੍ਰੋਪਰ ਆਪਣੀ ਰਿਪੋਰਟ ਚੈੱਕ ਕਰਵਾਉਣੀ ਚਾਹੀਦੀ ਹੈ, ਤੇ ਉਹ ਮੈਡੀਕਲ ਕੰਡੀਸ਼ਨ ਜਿਹੜੀ ਹੈ ਉਹ ਡਾਕਟਰ ਹੀ ਹੈਂਡਲ ਕਰਦੇ ਨੇ। ਇਹ ਲੋਕਾਂ ਦੇ ਵਿੱਚ ਬਹੁਤ ਵੱਡਾ ਮਿਸਕਨਸੈਪਸ਼ਨ ਹੈ ਕਿ ਅਸੀਂ ਜੇ ਜਾ ਕੇ ਜਿਮ ਟ੍ਰੇਨਰ ਨੂੰ ਕਵਾਂਗੇ ਕਿ ਹਾਂਜੀ ਮੈਨੂੰ ਤੇ ਜੀ ਕੈਂਸਰ ਹੈ, ਤੇ ਜਿਮ ਟ੍ਰੇਨਰ ਤੇ ਉਹ ਹੀਲ ਨਹੀਂ ਕਰ ਸਕਦਾ, ਬਿਲਕੁਲ ਨਹੀਂ ਕਰ ਸਕਦਾ। ਜਿਮ ਟ੍ਰੇਨਰ ਦਾ ਮਤਲਬ ਹੈ ਕਿ ਉਹ ਤੁਹਾਡੀ ਫਿਜ਼ੀਕਲੀ ਬਾਡੀ ਜਿਹੜੀ ਹੈ ਤੁਹਾਡੀਆਂ ਹੈਬਿਟਸ ਦੇ ਥਰੂ ਚੇਂਜ ਕਰੇਗਾ, ਨਾ ਕਿ ਉਹ ਤੁਹਾਡੀਆਂ ਮੈਡੀਕਲ ਕੰਡੀਸ਼ਨਸ ਸਹੀ ਕਰ ਸਕਦਾ ਕਿ ਹਾਂਜੀ ਮੈਂ ਤੇ ਤੁਹਾਡੀ ਰਿਪੋਰਟ ਚੇਂਜ ਕਰ ਦਿੰਦਾ ਜਾਂ ਮੈਂ ਕੁਝ ਕਰ ਦਿੰਦਾ। ਇਸ ਲਈ ਬਿਲਕੁਲ ਪਹਿਲੇ ਤੁਸੀਂ ਆਪਣੇ ਕਿਸੇ ਮੈਡੀਕਲ ਸਪੈਸ਼ਲਿਸਟ ਕੋਲ ਜਾਓ, ਉਸ ਕੋਲੋਂ ਰਿਪੋਰਟਸ ਦੀ ਐਨਾਲਿਸਿਸ ਕਰਾਓ, ਤੇ ਉਸ ਦੇ ਨਾਲ ਜਦੋਂ ਟ੍ਰੇਨਰ ਗੱਲ ਕਰਦਾ ਹੈ ਤੇ ਉਸ ਦੇ ਥਰੂ ਉਹ ਫਿਰ ਡਾਈਟ ਦੇ ਵਿੱਚ ਕੀ ਚੇਂਜਸ ਕਰਨੇ ਚਾਹੀਦੇ ਨੇ ਉਹ ਕਰੋ। ਅਤੇ ਜੋ ਵੀ ਮੇਨ ਐਕਸਰਸਾਈਜ਼ ਦੇ ਵਿੱਚ ਤੇ ਮੇਰੇ ਖਿਆਲ ਨਾਲ ਕੋਈ ਦਿੱਕਤ ਨਹੀਂ ਹੈ, ਉਹ ਹਰ ਬੰਦੇ ਨੂੰ ਕਰਨੀਆਂ ਚਾਹੀਦੀਆਂ ਨੇ, ਤੇ ਨਾ ਹੀ ਕੋਈ ਪ੍ਰੋਬਲਮ ਆਉਂਦੀ ਹੈ ਕਿ ਥਾਇਰਾਇਡ ਦੇ ਨਾਲ ਐਕਸਰਸਾਈਜ਼ ਦਾ ਕੋਈ ਰਿਲੇਟ ਨਹੀਂ ਹੈ। ਬਾਕੀ ਹਾਂਜੀ, ਜਦੋਂ ਤੁਸੀਂ ਵੇਟ ਲੂਜ਼ ਕਰਦੇ ਹੋ ਤਾਂ ਤੁਹਾਡੇ ਹਾਰਮੋਨ ਲੈਵਲ ਜਿਹੜੇ ਨੇ ਉਹ ਆਟੋਮੈਟਿਕਲੀ ਥੋੜੇ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ, ਤੁਹਾਡੀਆਂ ਹੈਲਥ ਕੰਡੀਸ਼ਨਸ ਜਿਹੜੀਆਂ ਨੇ ਉਹ ਇੰਪਰੂਵ ਹੁੰਦੀਆਂ ਨੇ, ਤੇ ਓਵਰਆਲ ਤੁਸੀਂ ਸਾਰਾ ਬਹੁਤ ਵਧੀਆ ਹੋ ਜਾਂਦੇ ਹੋ। ਜਦੋਂ ਤੁਸੀਂ ਜਿਮ ਟ੍ਰੇਨਰ ਬਣੇ, ਐਜ਼ ਅ ਟ੍ਰੇਨਿੰਗ ਜਦੋਂ ਦੇਣ ਲੱਗੇ, ਉਸ ਤੋਂ ਪਹਿਲਾਂ ਕਿੰਨਾ ਟਾਈਮ ਹੋ ਗਿਆ ਸੀ ਤੁਹਾਨੂੰ ਜਿਮ ਜੁਆਇਨ ਕੀਤਾ? ਆਲਮੋਸਟ ਮੈਮ ਇੱਕ ਡੇਢ ਸਾਲ ਕਹਿ ਸਕਦੇ ਹਾਂ ਕਿ ਮੈਂ ਪਹਿਲੇ ਜਿੱਥੇ ਮੈਂ ਪਹਿਲੇ ਸ਼ੁਰੂਆਤ ਕੀਤੀ ਸੀ ਉਹ ਤੁਹਾਨੂੰ ਮੈਂ ਦੱਸ ਰਿਹਾ ਕਿ ਮੈਂ ਪਹਿਲੇ ਉੱਥੇ ਹੀ ਰਿਹਾ ਕਾਫੀ, 1 ਸਾਲ ਤੱਕ ਆਲਮੋਸਟ ਉੱਥੇ ਹੀ ਰਿਹਾ ਸੀ। ਓਕੇ ਸਰ, ਜਿਵੇਂ ਤੁਸੀਂ ਇਸ ਤਰ੍ਹਾਂ ਵੀ ਕਈ ਵਾਰੀ ਹੋ ਜਾਂਦਾ ਹੈ ਕਿ ਜਦੋਂ ਆਪਾਂ ਜਿਮ ਜੁਆਇਨ ਕਰਦੇ ਹਾਂ ਕਿ ਜਦੋਂ ਬੱਚੇ ਜਾਂ ਫਿਰ ਮੋਸਟਲੀ ਜਦੋਂ ਜਿਮ ਦੇ ਵਿੱਚ ਜਾਂਦੇ ਨੇ, ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਪਾਰਡਨ। ਆਪਣਾ ਟਾਈਮ ਉੱਥੇ ਸਪੈਂਡ ਕਰਦੇ ਹੋ, ਤੁਸੀਂ ਫੈਮਿਲੀ ਨਾਲ ਹੀ ਸਪੈਂਡ ਕਰਦੇ ਹੋ, ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦੀ ਮੁਸ਼ਕਿਲ ਆਈ? ਰਿਪੀਟ ਕਰੋਗੇ ਮੈਮ? ਸੌਰੀ, ਮੈਂ ਆਵਾਜ਼ ਤੁਹਾਡੀ ਕੱਟ ਗਈ ਸੀ ਥੋੜੀ। ਮੈਂ ਪੁੱਛ ਰਹੀ ਸੀ ਕਿ ਜਿਵੇਂ ਆਪਾਂ ਕੋਈ ਵੀ ਬੱਚਾ ਜਿਮ ਜੁਆਇਨ ਕਰੇ, ਚਾਹੇ ਕੁਝ ਵੀ ਜੁਆਇਨ ਕਰੇ, ਤੇ ਜਦੋਂ ਆਪਾਂ ਜ਼ਿਆਦਾ ਟਾਈਮ ਉੱਥੇ ਸਪੈਂਡ ਕਰਦੇ ਹਾਂ ਤੇ ਆਪਣੀ ਫੈਮਿਲੀ ਮੈਂਬਰਸ ਕਈ ਵਾਰੀ ਕਹਿਣ ਲੱਗ ਪੈਂਦੇ ਕਿ ਤੁਸੀਂ ਜ਼ਿਆਦਾ ਉੱਥੇ ਟਾਈਮ ਸਪੈਂਡ ਕਰਦੇ, ਸਾਡੇ ਨਾਲ ਨਹੀਂ ਕਰਦੇ ਜਾਂ ਘਰ ਵਿੱਚ ਨਹੀਂ ਰਹਿੰਦੇ, ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਈ? ਨਹੀਂ ਮੈਮ, ਓਵਰਆਲ ਮੇਰਾ ਇੱਕ ਮੰਨਣਾ ਹੈ ਕਿ ਤੁਹਾਨੂੰ ਹਰ ਚੀਜ਼ ਦੇ ਵਿੱਚ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਹੈ, ਚਾਹੇ ਉਹ ਡਾਈਟ ਐਕਸਰਸਾਈਜ਼ ਹੋਏ, ਚਾਹੇ ਤੁਹਾਡੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਹੋਏ, ਚਾਹੇ ਤੁਹਾਡੀ ਕੋਈ ਵੀ ਸਾਈਕੀ ਹੋਏ ਜਾਂ ਤੁਹਾਡੇ ਐਕਸ਼ਨਸ ਹੋਣ, ਹਰ ਇੱਕ ਚੀਜ਼ ਦੇ ਵਿੱਚ ਇੱਕ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਇੱਕ ਚੀਜ਼ ਦੇ ਵੱਲ ਜ਼ਿਆਦਾ ਧਿਆਨ ਦੇਣ ਲੱਗ ਪੈਂਦੇ ਹੋ ਤਾਂ ਤੁਹਾਡਾ ਉਹ ਬੈਲੈਂਸ ਜਿਹੜਾ ਉਹ ਖਰਾਬ ਹੁੰਦਾ, ਤੇ ਆਟੋਮੈਟਿਕਲੀ ਫਿਰ ਤੁਹਾਨੂੰ ਪ੍ਰੋਬਲਮਸ ਆਉਂਦੀਆਂ ਨੇ। ਮੈਨੂੰ ਤੇ ਬਾਏ ਦਾ ਗॉड्स ਗ੍ਰੇਸ ਕਿ ਮੈਨੂੰ ਇਸ ਤਰ੍ਹਾਂ ਦੀ ਕਦੇ ਕੋਈ ਦਿੱਕਤ ਨਹੀਂ ਆਈ। ਬਾਕੀ ਬਿਲਕੁਲ ਇੱਕ ਫੈਮਿਲੀ ਨੂੰ ਟਾਈਮ ਸਪੈਂਡ ਕਰਨਾ ਬਹੁਤ ਜ਼ਰੂਰੀ ਹੈ। ਓਕੇ, ਫਿਰ ਜਿਵੇਂ ਤੁਸੀਂ ਪਹਿਲਾਂ ਵੇਟ ਗੇਨ ਬਾਰੇ ਸਾਰਿਆਂ ਨੇ
ਪੁੱਛਿਆ, ਉਸ ਤੋਂ ਬਾਅਦ ਹੁਣ ਕਾਫੀ ਜਣੇ ਪੁੱਛ ਰਹੇ ਸੀ ਕਿ ਕਿਸੇ, ਜਿਵੇਂ ਮੈਂ ਤੁਹਾਨੂੰ ਸਰ ਪਹਿਲਾਂ ਵੀ ਪੁੱਛਿਆ ਸੀ ਕਿ ਕਈ ਵਾਰੀ ਆਪਾਂ 2 ਰੋਟੀਆਂ ਖਾਈਏ ਉਹ ਵੀ ਬਹੁਤ ਚੰਗੀਆਂ ਲੱਗਦੀਆਂ ਨੇ, ਕਈ ਵਾਰੀ ਆਪਾਂ ਕਈਆਂ ਨੂੰ ਪਾਣੀ ਪੀਤਾ ਵੀ ਲੱਗ ਜਾਂਦਾ ਤੇ ਕਈ ਬਹੁਤ ਸਾਰਾ ਖਾਂਦੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਜੀਨਸ ਮੈਮ, ਜੈਨੇਟਿਕਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈ। ਹਰ ਬੰਦੇ ਦੀ ਬੋਡੀ ਦੇ ਅੰਦਰ ਅਲੱਗ ਜੀਨਸ ਨੇ। ਜੋ ਵੀ ਅਸੀਂ ਖਾ ਰਹੇ ਹਾਂ ਉਹ ਹਰ ਚੀਜ਼ ਅੰਦਰ ਜਾ ਕੇ ਪਾਰਟਸ ਦੇ ਵਿੱਚ ਡਿਵਾਈਡ ਹੋ ਰਹੀ ਹੈ, ਤੇ ਉਹ ਹਰ ਪਾਰਟ ਨੂੰ ਇੱਕ ਰਿਸੀਵ ਕਰਨ ਦੇ ਲਈ ਇੱਕ ਅਲੱਗ ਰਿਸੈਪਟਰ ਹੈ। ਹੋ ਸਕਦਾ ਹੈ ਕਿ ਕਿਸੇ ਦੀ ਬੋਡੀ ਦੇ ਵਿੱਚ ਜ਼ਿਆਦਾ ਰਿਸੈਪਟਰ ਹੋਣ, ਕਿ ਉਹ ਥੋੜਾ ਵੀ ਖਾ ਰਿਹਾ ਤਾਂ ਵੀ ਉਸਦੇ ਬੋਡੀ ਨੂੰ ਜ਼ਿਆਦਾ ਲੱਗ ਰਿਹਾ। ਹੋ ਸਕਦਾ ਹੈ ਕਿਸੇ ਦੀ ਬੋਡੀ ਦੇ ਵਿੱਚ ਘੱਟ ਰਿਸੈਪਟਰ ਹੋਣ, ਤਾਂ ਕਿ ਉਹ ਜ਼ਿਆਦਾ ਵੀ ਖਾ ਰਿਹਾ ਤਾਂ ਵੀ ਉਸਦੀ ਬੋਡੀ ਘੱਟ ਰਿਸੀਵ ਕਰ ਰਹੀ ਹੈ ਤੇ ਘੱਟ ਰਿਜ਼ਲਟ ਮਿਲ ਰਹੇ ਨੇ। ਤਾਂ ਉਹ ਬਹੁਤ ਫਰਕ ਪੈਂਦਾ ਹੈ ਕਿ ਹਾਂਜੀ, ਜਦੋਂ ਆਪਾਂ ਦੇਖਦੇ ਹਾਂ ਕਿ ਕੋਈ ਬੰਦਾ ਹੈ ਉਹ ਘੱਟ ਐਕਸਰਸਾਈਜ਼ ਕਰ ਰਿਹਾ ਹੈ, ਘੱਟ ਡਾਈਟ ਖਾ ਰਿਹਾ, ਫਿਰ ਵੀ ਉਸਦਾ ਰਿਜ਼ਲਟ ਆਪਾਂ ਦੇਖਦੇ ਹਾਂ 2-4 ਮਹੀਨੇ ਬਾਅਦ ਤਾਂ ਕੰਪਲੀਟਲੀ ਡਿਫਰੈਂਟ ਹੁੰਦਾ ਹੈ। ਨਾ ਕਿ ਆਪਾਂ ਦੇਖਦੇ ਹਾਂ ਕਿ ਕੋਈ ਬੰਦਾ ਹੈ ਉਹ ਬਿਲਕੁਲ ਹੀ ਪ੍ਰੋਪਰ ਸੇਮ ਐਕਸਰਸਾਈਜ਼ ਕਰ ਰਿਹਾ, ਸੇਮ ਸਪਲੀਮੈਂਟਸ ਯੂਜ਼ ਕਰ ਰਿਹਾ, ਸੇਮ ਡਾਈਟ ਖਾ ਰਿਹਾ, ਪਰ ਫਿਰ ਵੀ ਉਸਦੇ ਰਿਜ਼ਲਟ ਕਾਫੀ ਉਸਦੇ ਅਕੋਰਡਿੰਗ, ਦੂਸਰੇ ਬੰਦੇ ਦੇ ਅਕੋਰਡਿੰਗ ਕਾਫੀ ਕੰਪੈਰੀਜ਼ਨ ਦੇ ਵਿੱਚ ਘੱਟ ਹੁੰਦੇ ਨੇ। ਤਾਂ ਆਟੋਮੈਟਿਕਲੀ ਤੁਹਾਡੀ ਜੈਨੇਟਿਕਸ ਦੀ ਗੇਮ ਇੱਥੇ ਆ ਜਾਂਦੀ ਹੈ ਕਿ ਜੇ ਤੇ ਤੁਹਾਡੀ ਬੋਡੀ ਪ੍ਰੋਪਰ ਰਿਸੀਵ ਕਰ ਰਹੀ ਹੈ ਨਿਊਟਰੀਐਂਟਸ ਨੂੰ ਤਾਂ ਉਹ ਰਿਜ਼ਲਟ ਸ਼ੋ ਕਰੇਗੀ। ਅਗਰ ਉਹ ਨਹੀਂ ਕਰ ਰਹੀ ਤਾਂ ਕੁਛ ਨਹੀਂ ਕਰ ਸਕਦੇ ਮੈਮ। ਇਸ ਦੇ ਵਿੱਚ ਨਾ ਕੋਈ ਟ੍ਰੇਨਰ ਕੁਛ ਕਰ ਸਕਦਾ, ਨਾ ਕੋਈ ਡਾਕਟਰ ਕੁਛ ਕਰ ਸਕਦਾ। ਤੁਹਾਡੀ ਜੈਨੇਟਿਕਸ ਤੁਸੀਂ ਨਹੀਂ ਚੇਂਜ ਕਰ ਸਕਦੇ। ਹਾਂਜੀ ਬਿਲਕੁਲ ਸਰ। ਜਿਵੇਂ ਕੋਈ ਵੀ ਜਦੋਂ ਵੀ ਤੁਹਾਡੇ ਜਿਮ ਦੇ ਵਿੱਚ ਕੋਈ ਵੀ ਨਿਊ ਕਲਾਇੰਟ ਆਉਂਦਾ ਹੈ ਤੇ ਤੁਸੀਂ ਕਈ ਵਾਰੀ ਇਸ ਤਰ੍ਹਾਂ ਕੋਈ ਤੁਹਾਡਾ ਐਸਾ ਮੂਵਮੈਂਟ ਜਿਮ ਦੇ ਵਿੱਚ ਹੋਇਆ ਹੋਵੇ ਕਿ ਕੋਈ ਫਨੀ ਮੂਵਮੈਂਟ ਜਾਂ ਕੋਈ ਹੈਪੀਐਸਟ ਡੇ ਇਸ ਤਰ੍ਹਾਂ ਦਾ ਬਣਿਆ ਹੋਏ, ਕੋਈ ਤੁਸੀਂ ਪਲੀਜ਼ ਸਾਡੇ ਨਾਲ ਸ਼ੇਅਰ ਕਰੋ। ਫਨੀ ਮੂਮੈਂਟਸ ਮੈਮ ਅਕਸਰ ਹੋ ਜਾਂਦੇ ਨੇ ਕਿ ਜਦੋਂ ਜਿਸ ਬੰਦੇ ਨੇ ਕਦੇ ਜ਼ਿੰਦਗੀ ਦੇ ਵਿੱਚ ਲਿਫਟ ਨਹੀਂ ਕੀਤਾ ਹੁੰਦਾ ਜਾਂ ਐਕਸਰਸਾਈਜ਼ ਦਾ ਕੋਈ ਪਤਾ ਨਹੀਂ ਹੁੰਦਾ, ਉਹ ਆ ਕੇ ਪੁੱਛਦੇ ਨੇ ਕਿੰਨੀ ਦੇਰ 'ਚ ਅਸੀਂ ਪਤਲੇ ਹੋ ਜਾਵਾਂਗੇ, ਕਿੰਨੀ ਦੇਰ 'ਚ ਸਾਡੇ ਐਬਸ ਬਣ ਜਾਣਗੇ, ਕਿੰਨੀ ਦੇਰ 'ਚ ਮੇਰੀ ਉਹਦੇ ਵਰਗੀ ਬੋਡੀ ਬਣ ਜਾਏਗੀ। ਤਾਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਵੈਨ ਯੂ ਕੰਪੇਅਰ ਯੋਰਸੈਲਫ ਵਿਦ ਅਦਰ, ਤਾਂ ਤੁਸੀਂ ਆਟੋਮੈਟਿਕਲੀ ਆਪਣੇ ਆਪ ਨੂੰ ਬੈਕ ਸੀਟ ਦੇ ਉੱਪਰ ਕਰ ਦਿੰਦੇ ਹੋ। ਹਮੇਸ਼ਾ ਡਰਾਈਵਿੰਗ ਸੀਟ 'ਤੇ ਰਹੋ, ਫਰੰਟ ਸੀਟ 'ਤੇ ਰਹੋ। ਤੁਸੀਂ ਬੈਸਟ ਹੋ, ਤੁਸੀਂ ਆਪਣੇ ਆਪ ਦੇ ਵਿੱਚ ਬੈਸਟ ਹੋ, ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ। ਤੁਸੀਂ ਆਪਣੇ ਉੱਪਰ ਫੋਕਸ ਕਰੋ, ਨਾ ਕਿ ਕਿਸੇ ਹੋਰ ਦੇ ਉੱਪਰ। ਹਾਂਜੀ ਬਿਲਕੁਲ ਸਰ। ਫਿਰ ਤੁਸੀਂ ਉਹਨਾਂ ਕਲਾਇੰਟਸ ਨੂੰ ਕਿਵੇਂ ਹੈਂਡਲ ਕਰਦੇ ਹੋ? ਆਟੋਮੈਟਿਕਲੀ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ, ਸਟ੍ਰੇਟ ਫਾਰਵਰਡ ਉਹਨਾਂ ਨੂੰ ਵੀ ਇਹੀ ਸੁਝਾਅ ਹੁੰਦਾ ਹੈ। ਜੇ ਤੇ ਸਮਝਦੇ ਆ ਤਾਂ ਬਹੁਤ ਵਧੀਆ, ਨਹੀਂ ਸਮਝਦੇ ਤਾਂ ਆਟੋਮੈਟਿਕਲੀ ਉਹਨਾਂ ਦਾ ਹੀ ਲਾਸ ਹੈ। ਓਕੇ ਠੀਕ ਹੈ ਸਰ। ਜਿਵੇਂ ਕੋਈ ਵੀ ਕਲਾਇੰਟਸ ਹੈ, ਤੁਸੀਂ ਉਹਨਾਂ ਨੂੰ ਕਿਵੇਂ ਮੋਟੀਵੇਟ ਕਰਦੇ ਹੋ? ਮੋਟੀਵੇਸ਼ਨ ਮੈਮ ਸਿੰਪਲ ਚੀਜ਼ ਹੈ ਕਿ ਮੋਟੀਵੇਸ਼ਨ ਜਿਹੜੀ ਹੈ ਉਹ ਦਿਲ ਦੇ ਵਿੱਚ ਹੁੰਦੀ ਹੈ। ਤੁਸੀਂ ਜਦੋਂ ਕਲਾਇੰਟ ਨੂੰ ਪੁੱਛਦੇ ਹੋ ਕਿ ਉਸਦੀ ਇਮੋਸ਼ਨਲ ਕਾਜ਼ ਕੀ ਹੈ, ਰੀਜ਼ਨ ਕੀ ਹੈ, ਜੋ ਵੀ ਉਸਦਾ ਗੋਲ ਹੈ, ਉਸਦੇ ਪਿੱਛੇ ਉਸਦਾ ਇਮੋਸ਼ਨਲ ਟੱਚ ਕੀ ਹੈ, ਤੁਸੀਂ ਉਸਨੂੰ ਕੁਐਸਚਨ ਪੁੱਛਦੇ ਹੋ। ਕਿ ਜਿਵੇਂ ਹੁਣ ਕੋਈ ਕਲਾਇੰਟ ਆਉਂਦਾ ਕਹਿੰਦਾ ਕਿ ਮੈਂ 5 ਕਿਲੋ ਵੇਟ ਘਟਾਉਣਾ ਚਾਹੁੰਦਾ, ਤਾਂ ਤੁਸੀਂ ਉਸਨੂੰ ਪੁੱਛੋ ਕਿ 5 ਕਿਲੋ ਹੀ ਕਿਉਂ ਘਟਾਉਣਾ ਹੈ। ਤਾਂ ਆਟੋਮੈਟਿਕਲੀ ਉਹ ਤੁਹਾਨੂੰ ਅੱਗੇ ਜਵਾਬ ਦੇਗਾ ਕਿ ਨਹੀਂ, ਮੈਂ ਕੁਛ ਹੋਰ ਕਰਨਾ ਚਾਹੁੰਦਾ, ਜਾਂ ਆਟੋਮੈਟਿਕਲੀ ਤੁਹਾਨੂੰ ਉਸਦਾ ਵਾਈ ਮਿਲ ਜਾਂਦੀ ਹੈ ਕਿ ਉਹ ਕਿਉਂ ਕਰਨਾ ਚਾਹੁੰਦਾ ਹੈ। ਤਾਂ ਤੁਸੀਂ ਜਦੋਂ ਵੀ ਉਹ ਬੈਕ ਸੀਟ ਦੇ ਉੱਪਰ ਜਾਂਦਾ ਹੈ ਜਾਂ ਘੱਟ ਮੋਟੀਵੇਸ਼ਨ ਫੀਲ ਕਰਦਾ ਹੈ, ਤਾਂ ਉਸਨੂੰ ਤੁਸੀਂ ਉਹ ਚੀਜ਼ ਯਾਦ ਕਰਵਾਓ ਕਿ ਤੁਸੀਂ ਉਹ ਗੋਲ ਅਚੀਵ ਕਰਨਾ ਹੈ ਤੇ ਤੁਸੀਂ ਕਰ ਸਕਦੇ ਹੋ। ਤਾਂ ਆਟੋਮੈਟਿਕਲੀ ਮੈਮ ਮੋਟੀਵੇਟ ਬੰਦਾ ਖੁਦ ਹੋ ਜਾਂਦਾ ਹੈ। ਜਸਟ ਉਸਨੂੰ ਉਸਦੀ ਵਾਈ ਯਾਦ ਕਰਵਾਉਣ ਦੀ ਦੇਰ ਹੁੰਦੀ ਹੈ ਕਿ ਉਹ ਕਿਉਂ ਕਰ ਰਿਹਾ। ਬਿਲਕੁਲ ਸਰ। ਜਿਵੇਂ ਆਪਾਂ ਮੋਸਟਲੀ ਇੱਕ ਪ੍ਰੋਬਲਮ ਹੈ ਸਾਰਿਆਂ ਦੇ ਵਿੱਚ ਹੀ ਹੈ ਕਿ ਜਦੋਂ ਕਾਫੀ ਜਣਿਆਂ ਨੂੰ ਮੋਸਟਲੀ ਜ਼ਿਆਦਾ ਇਸ ਪਰਸਨਸ ਨੂੰ ਹੈ ਕਿ ਜਦੋਂ ਆਪਾਂ ਥੋੜਾ ਜਿਹਾ ਚੱਲਦੇ ਹਾਂ ਤੇ ਆਪਾਂ ਨੂੰ ਸਾਹ ਬਹੁਤ ਚੜ ਜਾਂਦਾ ਹੈ। ਸਰ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਇਹ ਤਾਂ ਬਹੁਤ ਕਾਮਨ ਪ੍ਰੋਬਲਮ ਹੈ। ਬਹੁਤ ਫੈਕਟਰਸ ਡਿਪੈਂਡ ਕਰਦੇ ਆ ਮੈਮ। ਹੋ ਸਕਦਾ ਹੈ ਕਿ ਤੁਸੀਂ ਓਵਰਵੇਟ ਹੋ ਸਕਦਾ ਹੈ ਕਿ ਤੁਹਾਡੇ ਹਾਰਟ ਜਿਹੜਾ ਹੈ ਉਹ ਬਿਲਕੁਲ ਹੈਲਦੀ ਕੰਡੀਸ਼ਨਸ ਦੇ ਵਿੱਚ ਨਹੀਂ ਹੈ। ਤਾਂ ਇਸ ਲਈ ਆਪਣਾ ਪਹਿਲੇ ਤੁਸੀਂ ਓਵਰਆਲ ਬੋਡੀ ਦਾ ਇੱਕ ਐਨਾਲਿਸਿਸ ਕਰੋ ਕਿ ਕੀ ਤੁਸੀਂ ਓਵਰਵੇਟ ਹੋ, ਕੀ ਤੁਸੀਂ ਬਿਲਕੁਲ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ, ਕੀ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਕੋਈ ਬਲੱਡ ਪ੍ਰੈਸ਼ਰ ਵਗੈਰਾ ਦੀ ਪ੍ਰੋਬਲਮ ਰਹਿੰਦੀ ਹੈ, ਜਾਂ ਕੁਛ ਵੀ ਇਸ ਤਰ੍ਹਾਂ ਦੀ ਚੀਜ਼ ਹੋ ਸਕਦੀ ਹੈ। ਇਹ ਚੀਜ਼ਾਂ ਦੇ ਉੱਪਰ ਡਿਪੈਂਡ ਕਰਕੇ ਤੁਹਾਨੂੰ ਹੋ ਸਕਦਾ ਹੈ ਕਿ ਥੋੜ੍ਹੀ ਥੋੜ੍ਹੀ ਤੁਸੀਂ ਆਪਣੀ ਫਿਜ਼ੀਕਲ ਐਕਟੀਵਿਟੀ ਵਧਾਓ ਤੇ ਬਿਲਕੁਲ ਤੁਸੀਂ ਅੱਗੇ ਜਾ ਕੇ ਫਿੱਟ ਹੋ ਸਕਦੇ ਹੋ। ਓਕੇ। ਇਹ ਡਾਈਟ ਪਲਾਨਸ ਕੀ ਨੇ? ਕਿਵੇਂ ਅਗਰ ਕੋਈ weight gain ਕਰਨਾ ਚਾਹੁੰਦਾ ਹੈ ਕਿ ਕਾਮਨ ਫੂਡ ਕਿਹੜਾ ਹੈ ਕਿ ਡਾਈਟ ਪਲਾਨਸ ਉਹਨਾਂ ਨੂੰ ਕੀ ਦੱਸਦੇ ਹੋ? ਡਾਈਟ ਪਲਾਨ ਮੈਮ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹਰ ਬੰਦੇ ਦਾ ਇੱਕ ਮੇਨਟੇਨੈਂਸ ਲੈਵਲ ਹੈ, ਹਰ ਬੰਦੇ ਦਾ ਅਲੱਗ ਹੈ। ਹਰ ਬੰਦੇ ਦੇ ਵੇਟ ਹਾਈਟ ਦੇ ਅਕੋਰਡਿੰਗ ਹੁੰਦਾ ਹੈ। ਉਹ ਜੇ ਤੁਸੀਂ ਉਹ ਵੇਟ ਨੂੰ, ਉਸ ਕੈਲਰੀਜ਼ ਨੂੰ ਉਸ ਲੈਵਲ ਤੱਕ ਲੈ ਕੇ ਜਾਂਦੇ ਹੋ
ਤਾਂ ਤੁਸੀਂ ਇੱਕ ਮੇਨਟੇਨੈਂਸ ਫੇਸ ਦੇ ਵਿੱਚ ਚੱਲ ਰਹੇ ਹੋ, ਨਾ ਤੁਹਾਡਾ weight gain ਹੋਏਗਾ ਨਾ ਲੂਜ਼ ਹੋਏਗਾ। ਜੇ ਤੁਸੀਂ ਉਸ ਤੋਂ ਉੱਪਰ ਜਾਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡਾ weight ਹੌਲੀ ਹੌਲੀ ਗੇਨ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਉਹੀ ਡਿਪੈਂਡ ਕਰਦੇ ਹੈ ਕਿ ਤੁਸੀਂ ਜੋ ਵੀ ਖਾ ਰਹੇ ਹੋ, ਪਹਿਲੀ ਚੀਜ਼ ਹੈ ਕਿ ਤੁਹਾਡੀ ਡਾਈਟ ਦੇ ਵਿੱਚ ਪ੍ਰੋਟੀਨ ਇਨਟੇਕ ਪ੍ਰੋਪਰ ਹੋਣਾ ਚਾਹੀਦਾ। ਜਿੰਨਾ ਵੀ ਤੁਹਾਡਾ weight ਹੈ ਉਸ ਦਾ ਡਬਲ ਤੁਸੀਂ ਲਗਾ ਲਓ, ਤੁਹਾਡਾ ਓਵਰਆਲ ਦਿਨ ਦਾ ਪ੍ਰੋਟੀਨ ਜਿਹੜਾ ਹੈ ਉਹਨਾਂ ਹੋਣਾ ਹੀ ਚਾਹੀਦਾ। ਹੁਣ ਜਿਵੇਂ ਮੈਂ ਐਗਜ਼ਾਮਪਲ ਦਿੰਦਾ ਕਿ ਕੋਈ ਬੰਦਾ ਹੈ 80 ਕਿਲੋ ਦਾ ਉਸਦਾ weight ਹੈ, ਤਾਂ ਉਸਨੂੰ ਅਪਰੋਕਸੀਮੇਟਲੀ 160 ਗ੍ਰਾਮ ਪ੍ਰੋਟੀਨ ਚਾਹੀਦਾ ਹੀ ਚਾਹੀਦਾ। ਹੁਣ ਉਹ ਬੰਦਾ 5 ਮੀਲਸ ਦੇ ਵਿੱਚ ਉਸਨੂੰ ਪੂਰਾ ਕਰ ਰਿਹਾ, ਉਸਨੂੰ 6 ਮੀਲਸ ਦੇ ਵਿੱਚ ਪੂਰਾ ਕਰ ਰਿਹਾ, ਉਸ ਦੇ ਉੱਪਰ ਡਿਪੈਂਡ ਕਰਦਾ ਹੈ। ਤੇ ਜਿਹੜੇ ਬਚੇ ਆ ਬਾਕੀ ਕਾਰਬਸ ਤੇ ਫੈਟ, ਉਹ ਜਿੰਨੀਆਂ ਤੁਹਾਡੀਆਂ ਕੈਲਰੀਜ਼ ਬਚਦੀਆਂ ਨੇ, ਹੁਣ ਮੈਂ ਕੈਲਰੀਜ਼ ਦੀ ਗੱਲ ਕਰਾਂ ਤਾਂ ਪ੍ਰੋਟੀਨ 1 ਗ੍ਰਾਮ ਦੇ ਵਿੱਚ 4 ਕੈਲਰੀਜ਼ ਮਿਲਣਗੀਆਂ ਤੁਹਾਨੂੰ। ਜੇ ਕਾਰਬੋਹਾਈਡਰੇਟ ਦੀ ਗੱਲ ਕਰਾਂ ਉਸ ਦੇ ਵਿੱਚ ਵੀ 1 ਗ੍ਰਾਮ ਦੇ ਪਿੱਛੇ 4 ਕੈਲਰੀਜ਼ ਮਿਲਣਗੀਆਂ। ਤੇ ਜਿਹੜੀ ਫੈਟ ਦੀ ਚੀਜ਼ ਹੈ ਉਹ 9 ਗ੍ਰਾਮ, 1 ਗ੍ਰਾਮ ਦੇ ਵਿੱਚ 9 ਕੈਲਰੀਜ਼ ਤੁਹਾਨੂੰ ਮਿਲਣਗੀਆਂ। ਤਾਂ ਜੋ ਤੁਸੀਂ ਪ੍ਰੋਟੀਨ ਆਪਣਾ ਕੱਢ ਦਿੱਤਾ ਹੈ ਕਿ ਚਲੋ ਤੁਹਾਡਾ 80 ਕਿਲੋਗ੍ਰਾਮ weight ਹੈ ਤਾਂ ਤੁਸੀਂ 160 ਗ੍ਰਾਮ ਪ੍ਰੋਟੀਨ ਲੈ ਰਹੇ ਹੋ, ਤਾਂ ਉਹ 640 ਕੈਲਰੀਜ਼ ਬਣ ਗਈਆਂ। ਤੇ ਇਹੀ ਜੇ ਮੈਂ ਟੋਟਲ ਤੁਹਾਡੀਆਂ ਗੱਲ ਕਰਾਂ ਤਾਂ ਉਹੀ ਤੁਹਾਡੇ 2300-2400 ਕੈਲਰੀਜ਼ ਬਣਦੀਆਂ ਨੇ। ਤੇ ਜਿਹੜੀਆਂ ਵੀ ਤੁਹਾਡੀਆਂ ਬਾਕੀ ਦੀਆਂ 1600 ਕੈਲਰੀਜ਼ ਬਚੀਆਂ ਨੇ ਉਹ ਤੁਸੀਂ ਕਾਰਬੋਹਾਈਡਰੇਟਸ ਦੇ ਵਿੱਚ ਤੇ ਫੈਟ ਦੇ ਵਿੱਚੋਂ ਤੁਹਾਨੂੰ ਇਕੁਅਲੀ ਲੈਣੀਆਂ ਪੈਣੀਆਂ। ਜਦੋਂ ਤੁਹਾਡੀਆਂ ਕੈਲਰੀਜ਼ ਤੇ ਤੁਹਾਡਾ ਪ੍ਰੋਟੀਨ ਇਨਟੇਕ ਬਰਾਬਰ ਹੋ ਜਾਂਦਾ ਹੈ ਤਾਂ ਤੁਹਾਡੀਆਂ ਬਾਕੀ ਕੈਲਰੀਜ਼ ਮੈਟਰ ਨਹੀਂ ਕਰਦੀਆਂ ਕਿ ਤੁਸੀਂ ਕੀ ਖਾ ਰਹੇ ਹੋ। ਤਾਂ ਜਿਵੇਂ ਮੈਂ ਦੱਸਿਆ ਕਿ ਜੇ ਤੁਸੀਂ ਉਹ ਮੇਨਟੇਨੈਂਸ ਲੈਵਲ ਤੋਂ ਉੱਪਰ ਜਾਓਗੇ ਤਾਂ ਤੁਹਾਡਾ weight ਆਟੋਮੈਟਿਕਲੀ ਗੇਨ ਹੋਏਗਾ, ਜੇ ਤੁਸੀਂ ਉਸ ਤੋਂ ਥੱਲੇ ਰਹੋਗੇ ਤਾਂ ਤੁਹਾਡਾ ਆਟੋਮੈਟਿਕਲੀ ਲੂਜ਼ ਹੋਏਗਾ। ਇਹ ਬਿਲਕੁਲ ਸਿੰਪਲ ਮੈਥਸ ਹੈ। ਥੈਂਕ ਯੂ ਸੋ ਮਚ ਸਰ, ਤੁਸੀਂ ਇੰਨਾ ਅੱਛਾ ਸਾਨੂੰ ਦੱਸ ਰਹੇ ਹੋ ਸਾਰੇ ਜਣਿਆਂ ਨੂੰ, ਔਰ ਸਾਰੇ ਜਣੇ ਬਹੁਤ ਇੰਜੋਏ ਕਰ ਰਹੇ ਨੇ, ਬੜੇ ਕੁਐਸਚਨ ਆ ਰਹੇ ਨੇ। ਵੈਲਕਮ ਮੈਮ। ਡੀਐਮ ਵੀ ਕਰ ਦੋਗੇ ਜਿਨ੍ਹਾਂ ਨੇ ਕੁਐਸਚਨਸ ਨੇ, ਔਰ ਸਰ ਕਾਫੀ ਇੰਜੋਏ ਕਰ ਰਹੇ ਨੇ ਸਾਰੇ ਜਣੇ। ਸੋ ਫਰੈਂਡਸ ਤੁਹਾਡਾ ਬਹੁਤ ਬਹੁਤ ਥੈਂਕਸ ਕਰਦੇ ਹਾਂ ਕਿ ਤੁਸੀਂ ਲਾਈਵ ਸ਼ੋ ਸਫਰੇ ਜ਼ਿੰਦਗੀ ਅੱਜ ਵੀ ਇੰਜੋਏ ਕਰ ਰਹੇ ਹੋ, ਔਰ ਬਹੁਤ ਅੱਛੇ ਰਮਨ ਠਾਕੁਰ ਜੀ ਜਿਮ ਟ੍ਰੇਨਰ ਆਪਣੇ ਨਾਲ ਅੱਜ ਜੁੜੇ ਨੇ। ਔਰ ਸਰ ਫਰੈਂਡਸ ਤੁਸੀਂ ਆਪਣੇ ਕੁਐਸਚਨਸ ਸਰ ਉਹਨਾਂ ਤੋਂ ਪੁੱਛ ਸਕਦੇ ਹੋ। ਸਰ ਕੋਈ ਕਾਮਨ ਡਾਈਟ ਪਲਾਨ, ਜਿਵੇਂ ਕੁਝ ਵੀ, ਜਿਵੇਂ ਇਸ ਤਰ੍ਹਾਂ ਵੀ ਹੁੰਦਾ ਹੈ ਕਈ ਜਿਮ ਨਹੀਂ ਜੁਆਇਨ ਕਰ ਸਕਦੇ, ਘਰ ਦੇ ਵਿੱਚ ਕਈ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਨੇ ਔਰ ਕਾਫੀ ਵਰਕ ਹੁੰਦਾ ਹੈ ਉਹਨਾਂ ਨੂੰ, ਇਸ ਲਈ ਉਹ ਜਿਮ ਜਾਣ ਲਈ ਉਹਨਾਂ ਕੋਲ ਬਿਲਕੁਲ ਟਾਈਮ ਨਹੀਂ ਹੁੰਦਾ। ਤੇ ਫਿਰ ਉਹਨਾਂ ਨੂੰ ਘਰ ਵਿੱਚ ਹੀ ਰਹਿ ਕੇ ਕੀ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਫਿਟਨੈਸ ਨੂੰ ਠੀਕ ਰੱਖ ਸਕਣ, ਮੇਨਟੇਨ ਕਰ ਸਕਣ ਆਪਣੀ ਬੋਡੀ ਨੂੰ? ਮੈਮ ਜ਼ਰੂਰੀ ਨਹੀਂ ਹੈ ਕਿ ਤੁਸੀਂ ਫਿਟਨੈਸ ਜਿਹੜੀ ਆਪਣੀ ਕੋਈ ਫਿਜ਼ੀਕਲ ਐਕਟੀਵਿਟੀ ਆ ਉਹ ਘਰ ਦੇ ਵਿੱਚ ਹੀ ਕਰੋ। ਹੋ ਸਕਦਾ ਹੈ ਕਿ ਤੁਸੀਂ ਸਾਈਕਲਿੰਗ ਕਰ ਸਕਦੇ ਹੋ, ਤੁਸੀਂ ਵਾਕ ਕਰ ਸਕਦੇ ਹੋ, ਤੁਸੀਂ ਜੋਗਿੰਗ ਕਰ ਸਕਦੇ ਹੋ, ਤੁਸੀਂ ਰਨਿੰਗ ਕਰ ਸਕਦੇ ਹੋ, ਤੁਸੀਂ ਜੰਪਿੰਗ ਕਰ ਸਕਦੇ ਹੋ, ਕੁਛ ਵੀ। ਆਪਣੀ ਬੋਡੀ ਨੂੰ ਸਾਇੰਸ ਵੀ ਇਹੀ ਕਹਿੰਦੀ ਹੈ ਕਿ ਜੇ ਤੁਸੀਂ ਘੱਟੋ ਘੱਟ ਅੱਧਾ ਘੰਟਾ ਆਪਣੀ ਬੋਡੀ ਨੂੰ ਦੇ ਰਹੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਹਾਡੀ ਬੋਡੀ ਫੰਕਸ਼ਨ ਵਧੀਆ ਕਰ ਰਹੀ ਹੈ। ਤੇ ਉਹੀ ਮੈਂ ਕਹਾਂਗਾ ਕਿ ਜਿਹੜੇ ਬੰਦੇ ਘਰ ਵੀ ਰਹਿੰਦੇ ਨੇ ਜਾਂ ਜਿਹੜੀ ਲੇਡੀਜ਼ ਨੇ ਉਹ ਘਰ ਹੀ ਰਹਿੰਦੀਆਂ ਨੇ, ਜਿਮ ਜਾਣਾ ਟਾਈਮ ਨਹੀਂ ਮਿਲਦਾ ਜਾਂ ਫਿਰ ਉਹਨਾਂ ਦੇ ਕੋਲ ਟਾਈਮ ਨਹੀਂ ਮਿਲਦਾ ਜਾਂ ਹੋਰ ਕੋਈ ਪ੍ਰੋਬਲਮਸ ਹੋ ਸਕਦੀਆਂ ਨੇ, ਕਰਦੇ ਨਹੀਂ ਅਲਾਉ ਕਰਦੇ, ਇਸ ਤਰ੍ਹਾਂ ਵੀ ਹੋ ਹਾਂਜੀ, ਜਾਂਦੇ ਕਈ। ਕੋਈ ਵੀ ਪ੍ਰੋਬਲਮ ਹੋ ਸਕਦੀ ਹੈ। ਤਾਂ ਉਹ ਬੇਸਿਕਲੀ ਚੀਜ਼ ਹੈ ਕਿ ਜੋ ਤੁਹਾਡਾ weight gain ਤੇ lose ਦਾ ਚੱਕਰ ਹੈ ਉਹ ਤੇ ਡਾਈਟ ਦੇ ਉੱਪਰ ਡਿਪੈਂਡ ਕਰਦਾ ਹੈ। ਜੇ ਤੇ ਤੁਸੀਂ ਆਪਣਾ ਪ੍ਰੋਪਰ ਪ੍ਰੋਟੀਨ ਇਨਟੇਕ ਲੈ ਰਹੇ ਹੋ, ਜੇ ਜਿਹੜਾ ਬੰਦਾ ਹੁਣ ਐਕਸਰਸਾਈਜ਼ ਨਹੀਂ ਵੀ ਕਰਦਾ ਉਸਨੂੰ ਵੀ ਘੱਟੋ ਘੱਟ, ਜੇ ਲੇਡੀ ਹੈ ਤਾਂ 1 ਤੋਂ 1.5 ਗ੍ਰਾਮ ਆਪਣਾ ਪਰ kg weight ਦੇ ਹੈਲੋ, ਹਿਸਾਬ ਨਾਲ ਪ੍ਰੋਟੀਨ ਲੈਣਾ ਹੀ ਪੈਣਾ ਹੈ। ਹੈਲੋ, ਹਾਂਜੀ ਸਰ। ਆਵਾਜ਼ ਆ ਰਹੀ ਹੈ ਮੈਮ? ਹਾਂਜੀ ਸਰ, ਵਿੱਚ ਥੋੜੀ ਆਵਾਜ਼ ਕੱਟ ਹੋ ਗਈ ਸੀ। ਹਾਂਜੀ ਓਕੇ, ਹੁਣ ਠੀਕ ਹੈ ਹੁਣ ਸਰ। ਠੀਕ ਹੈ। ਓਕੇ। ਹਾਂਜੀ ਤੇ ਜਿਹੜੀ ਲੇਡੀਜ਼ ਨੇ ਜਿਹੜੇ ਇਹ ਕਹਿੰਦੇ ਨੇ ਕਿ ਹਾਂਜੀ ਅਸੀਂ ਬਾਹਰ ਐਕਸਰਸਾਈਜ਼ ਕਰਨ ਨਹੀਂ ਜਾ ਸਕਦੇ, ਤਾਂ ਉਹਨਾਂ ਦੇ ਲਈ ਵੀ ਪ੍ਰੋਟੀਨ ਹਰ ਇਨਸਾਨ ਦੇ ਲਈ ਜ਼ਰੂਰੀ ਹੈ। ਇਹ ਵੀ ਮੈਂ ਬਹੁਤ ਵੱਡਾ ਉਮਰ ਦੇਖਿਆ ਹੈ, ਜਿਵੇਂ ਕਹਿੰਦੇ ਨੇ ਕਿ ਪ੍ਰੋਟੀਨ ਸਪਲੀਮੈਂਟਸ ਨਹੀਂ ਲੈਣੇ। ਕਾਫੀ ਬੰਦੇ ਨੇ, ਕਾਫੀ ਲੇਡੀਜ਼ ਨੇ ਜਿਹੜੀਆਂ ਵੈਜੀਟੇਰੀਅਨ ਨੇ, ਜਿਹੜਾ ਚਿਕਨ ਜਾਂ ਮੀਟ ਵਗੈਰਾ ਖਾਣਾ ਪਸੰਦ ਨਹੀਂ ਕਰਦੀਆਂ, ਕੋਈ ਵੀ ਰੀਜ਼ਨ ਹੋ ਸਕਦਾ ਹੈ, ਤਾਂ ਉਹਨਾਂ ਨੂੰ ਹੋ ਸਕਦਾ ਹੈ ਕਿ ਉਹ ਪ੍ਰੋਟੀਨ ਇਨਟੇਕ ਉਹਨਾਂ ਦੀ ਪ੍ਰੋਪਰ ਨਹੀਂ ਹੁੰਦੀ। ਉਹ ਸਾਨੂੰ ਦਾਲਾਂ ਦੇ ਵਿੱਚੋਂ ਜਾਂ ਚਾਵਲ ਰੋਟੀ ਦੇ ਵਿੱਚੋਂ ਉਹ ਚੀਜ਼ ਸਾਨੂੰ ਨਹੀਂ ਮਿਲ ਸਕਦੀ ਜੋ ਸਾਡੀ ਬੋਡੀ ਨੂੰ ਨੀਡ ਹੈ। ਤਾਂ ਬਿਲਕੁਲ ਸਪਲੀਮੈਂਟ ਲੈਣ ਦੇ ਵਿੱਚ ਕੋਈ ਗੁਰੇਜ਼ ਨਹੀਂ ਹੈ। ਤੇ ਤੁਸੀਂ ਆਪਣੇ ਪ੍ਰੋਟੀਨ ਇਨਟੇਕ ਪ੍ਰੋਪਰ ਰੱਖੋ ਤੇ ਜੋ ਵੀ ਨੋਰਮਲ ਖਾਂਦੇ ਹੋ ਉਹ ਖਾਓ। ਬਸ ਇਹ ਹੈ ਕਿ ਆਪਣਾ ਬਾਹਰ ਦਾ ਲਿਮਿਟ ਦੇ ਵਿੱਚ ਖਾਓ, ਆਪਣਾ ਸ਼ੂਗਰ ਸਾਲਟ ਕੰਟਰੋਲ ਦੇ ਵਿੱਚ ਰੱਖੋ ਤੇ ਐਵਰੀਥਿੰਗ ਇਜ਼ ਫਾਈਨ। ਰਵਿੰਦਰ ਜੀ ਦਾ ਕੁਐਸਚਨ, ਰਵਿੰਦਰ ਜੀ ਕੀ ਕਹਿ ਰਹੇ ਨੇ? ਹਾਂਜੀ ਸਰ, ਇਹਨਾਂ ਦਾ ਪਹਿਲਾਂ ਵੀ ਕੁਐਸਚਨ ਆਇਆ ਸੀ। 1 ਈਅਰ ਹੋ ਗਿਆ ਹੈ ਜਿਮ ਕਰਦੇ ਨੂੰ, ਟਰਾਂਸਫੋਰਮੇਸ਼ਨ ਨਹੀਂ ਹੁੰਦੀ ਪਈ।
ਤੇ ਰਵਿੰਦਰ ਜੀ ਉਹੀ ਮੈਂ ਕਹਾਂਗਾ ਦੁਬਾਰਾ ਕਿ ਤੁਹਾਡੀ ਡਾਈਟ ਦੇ ਵਿੱਚ ਕੋਈ ਕਮੀ ਹੈ, ਬਿਲਕੁਲ ਡਾਈਟ ਤੁਸੀਂ ਨਹੀਂ ਸਹੀ ਲੈ ਰਹੇ ਤਾਂ ਹੀ ਤੁਹਾਡੀ ਬਾਡੀ ਦੇ ਵਿੱਚ ਉਹ ਚੇਂਜਸ ਨਹੀਂ ਦਿਖ ਰਹੇ। ਆਪਣੀ ਡਾਈਟ ਸਹੀ ਕਰੋ, ਆਪਣਾ ਪ੍ਰੋਟੀਨ ਇਨਟੇਕ ਵਧੀਆ ਕਰੋ ਅਤੇ ਜਿੰਨਾ ਤੁਹਾਡਾ weight ਹੈ ਉਸ ਦੇ ਅਕੋਰਡਿੰਗ ਮੈਕਰੋ ਸੈੱਟ ਕਰੋ। ਬਾਕੀ ਬਿਲਕੁਲ ਤੁਸੀਂ ਮੈਸੇਜ ਕਰ ਦਿਓ, ਮੈਂ ਤੁਹਾਨੂੰ ਪ੍ਰੋਪਰ ਸਮਝਾ ਦੇਵਾਂਗਾ। ਥੈਂਕ ਯੂ ਸੋ ਮਚ ਸਰ। ਔਰ ਸਰ ਲਾਸਟ ਤੇ ਤੁਸੀਂ ਸਾਰਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸਿੰਪਲ ਹੈ ਮੈਮ, ਜਿਹੜੀ ਵੀ ਫੀਲਡ ਦੇ ਵਿੱਚ ਤੁਸੀਂ ਉਹ ਆਪਣਾ ਬੈਸਟ ਦਿਓ, ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਨਾ ਕਰੋ। ਯੂ ਆਰ ਦਾ ਬੈਸਟ, ਯੂ ਆਰ ਦਾ ਮੋਸਟ ਬਿਊਟੀਫੁਲ ਪਰਸਨ ਇਨ ਦਾ ਵਰਲਡ। ਆਪਣੇ ਆਪ ਨੂੰ ਬਾਕੀਆਂ ਦੇ ਨਾਲ ਕੰਪੇਅਰ ਕਰਕੇ ਤੁਸੀਂ ਆਪਣੀ ਵੈਲਿਊ ਆਪ ਘੱਟ ਕਰ ਦਿੰਦੇ ਹੋ। ਬਿਲਕੁਲ ਆਪਣੇ ਸ਼ਾਰਟਕਟਸ ਦੇ ਵਿੱਚ ਬਿਲੀਵ ਨਾ ਕਰੋ, ਆਪਣਾ 100% ਦਿਓ, ਆਪਣੇ ਬੇਸਿਕਸ ਕਲੀਅਰ ਕਰੋ। ਬੇਸਿਕ ਚੀਜ਼ ਹੈ ਕਿ ਸ਼ਾਰਟਕਟ ਦੇ ਪਿੱਛੇ ਭੱਜ ਕੇ ਤੁਸੀਂ ਪਹਿਲੀ ਸਟੈਪ ਨੂੰ ਮਿਸ ਕਰਕੇ ਸਿੱਧਾ ਥਰਡ ਸਟੈਪ ਦੇ ਉੱਪਰ ਨਹੀਂ ਜਾ ਸਕਦੇ। ਆਪਣੇ ਜ਼ੀਰੋ ਦੇ ਉੱਪਰੋਂ ਸ਼ੁਰੂ ਹੋਵੋ, ਹਰ ਚੀਜ਼ ਨੂੰ ਬੇਸਿਕ ਲੈ ਕੇ ਚੱਲੋ। ਬਿਲਕੁਲ ਕੋਈ ਅੱਜ ਦੇ ਜ਼ਮਾਨੇ ਦੇ ਵਿੱਚ ਤੁਸੀਂ ਸ਼ਾਰਟਕਟਸ ਨੂੰ ਦੇਖਦੇ ਹੋ ਤਾਂ ਸ਼ਾਰਟਕਟਸ ਨੂੰ ਦੇਖ ਕੇ ਜਾਂ ਕਿਸੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਦੇਖ ਕੇ ਜਾਂ YouTube ਦੇਖ ਕੇ ਤੁਸੀਂ ਸਕਸੈਸਫੁਲ ਨਹੀਂ ਹੋ ਸਕਦੇ। ਉਸ ਦੇ ਲਈ ਤੁਹਾਨੂੰ ਬਿਲਕੁਲ ਬੇਸਿਕ ਦੇ ਵਿੱਚ ਜਾਣਾ ਪੈਣਾ ਹੈ ਤੇ ਬੇਸਿਕ ਦੇ ਉੱਪਰੋਂ ਹੀ ਸ਼ੁਰੂ ਕਰਨਾ ਪੈਣਾ ਹੈ। ਇਸ ਲਈ ਬਿਲਕੁਲ ਆਪਣੇ ਉੱਪਰ ਭਰੋਸਾ ਰੱਖੋ, ਆਪਣੇ ਆਪ ਨੂੰ ਟਾਈਮ ਦਿਓ, ਸਭ ਚੀਜ਼ਾਂ ਬਿਲਕੁਲ ਸਹੀ ਹੋਣਗੀਆਂ। ਸਬਰ ਰੱਖੋ। ਬਿਲਕੁਲ ਸਰ। ਸਰ ਜਿਵੇਂ ਇਹ ਤੁਸੀਂ ਇਸ ਟਾਈਮ ਜਿਮ ਟ੍ਰੇਨਰ ਹੋ ਔਰ ਤੁਸੀਂ ਕਾਫੀ ਸਾਰੇ ਕਲਾਇੰਟਸ ਨੂੰ ਹੈਂਡਲ ਕਰਦੇ ਹੋ, ਬਹੁਤ ਸਾਰੀ ਐਕਸਰਸਾਈਜ਼ ਦੱਸ ਰਹੇ ਹੋ। ਸਰ ਕੋਈ ਤੁਹਾਨੂੰ ਐਸਾ ਕਲਾਇੰਟ ਯਾਦ ਹੈ ਜਿਹਨੇ ਬਹੁਤ ਜ਼ਿਆਦਾ ਜਲਦੀ ਪ੍ਰੋਗਰੈਸ ਕਰ ਲਈ ਹੋਵੇ ਔਰ ਤੁਹਾਨੂੰ ਬਹੁਤ ਪ੍ਰਾਊਡ ਫੀਲ ਹੋਇਆ ਹੋਵੇ ਉਹਨਾਂ ਤੇ? ਬਿਲਕੁਲ ਮੈਮ, ਮੇਰੇ ਮੋਸਟਲੀ ਜਿਹੜੇ ਵੀ ਮੇਰੇ ਕਲਾਇੰਟ ਆਨਲਾਈਨ ਮੇਰੇ ਕੋਲ ਟ੍ਰੇਨਿੰਗ ਕਰ ਰਹੇ ਨੇ ਅੱਜ ਕੱਲ੍ਹ ਲੋਕਡਾਊਨ ਦੇ ਵਿੱਚ, ਕਾਫੀ ਡੈਡੀਕੇਸ਼ਨ ਦਿਖਾਈ ਹੈ ਇਹਨਾਂ ਨੇ, ਕਾਫੀ ਮੈਨੂੰ ਵਧੀਆ ਰਿਜ਼ਲਟ ਦਿੱਤੇ ਨੇ ਕਿ ਬਿਲਕੁਲ ਮੈਨੂੰ ਵੀ ਖੁਸ਼ੀ ਹੁੰਦੀ ਹੈ ਕਿ ਹਾਂਜੀ ਮੈਂ ਲੋਕਡਾਊਨ ਦੇ ਵਿੱਚ ਉਹਨਾਂ ਨੂੰ ਪਰਸਨਲੀ ਤੇ ਟ੍ਰੇਨ ਨਹੀਂ ਕਰ ਪਾ ਰਿਹਾ, ਪਰ ਜੇ ਆਨਲਾਈਨ ਵੀ ਮੈਨੂੰ ਉਹ ਰਿਜ਼ਲਟ ਦੇ ਰਹੇ ਨੇ ਤਾਂ ਮੇਰੇ ਲਈ ਬਿਲਕੁਲ ਪ੍ਰਾਊਡ ਮੂਵਮੈਂਟ ਹੈ। ਤੇ ਮੈਂ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਜਦੋਂ ਮੈਸੇਜ ਕਰਕੇ ਦੱਸਦੇ ਨੇ ਕਿ ਹਾਂਜੀ ਅਸੀਂ ਗੋਲ ਅਚੀਵ ਕਰ ਰਹੇ ਹਾਂ। ਬਿਲਕੁਲ ਸਰ। ਸਰ ਤੁਹਾਡੇ ਫਿਊਚਰ ਪਲਾਨਸ ਕੀ ਨੇ? ਅਗਰ ਤੁਹਾਡੇ ਫਿਊਚਰ ਪਲਾਨਸ ਦੀ ਗੱਲ ਕੀਤੀ ਜਾਏ, ਫਿਊਚਰ ਪਲਾਨਸ ਕੀ ਨੇ ਤੁਹਾਡੇ? ਫਿਊਚਰ ਪਲਾਨਸ ਮੈਮ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਹੈਲਪ ਕਰੀਏ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਫਿਟ ਹੋਣ ਤੇ ਲੋਕਾਂ ਨੂੰ ਹੈਲਦੀ ਲਾਈਫ ਸਟਾਈਲ ਦੀ ਇੱਕ ਆਦਤ ਪਾਈ ਜਾਏ। ਹਾਂਜੀ ਸਰ, ਤੁਹਾਨੂੰ ਸਿੰਗਿੰਗ ਦਾ ਥੋੜਾ ਬਹੁਤਾ ਤਾਂ ਸ਼ੌਂਕ ਹੋਏਗਾ, ਕਿਉਂ ਨਾ ਇਸ ਸ਼ੋਅ ਦੇ ਵਿੱਚ ਤੁਸੀਂ ਥੋੜਾ ਜਿਹਾ ਗੁਣਗੁਣਾ ਕੇ ਸਾਨੂੰ ਸੁਣਾ ਨਹੀਂ ਦਿਓ? ਮੈਮ, ਪਲੀਜ਼ ਪਲੀਜ਼ ਪਲੀਜ਼, ਮੈਂ ਬਿਲਕੁਲ ਸਿੰਗਿੰਗ ਦਾ ਮੈਨੂੰ ਕੋਈ ਸ਼ੌਂਕ ਨਹੀਂ ਹੈ ਤੇ ਨਾ ਹੀ ਮੇਰੀ ਕੋਈ ਆਵਾਜ਼ ਬਹੁਤ ਵਧੀਆ ਹੈ ਕਿ ਜਿਹੜੇ ਥੋੜੇ ਜਿਹੇ ਆਪਣੇ ਜੁੜੇ ਹੋਏ ਨੇ ਸਾਡੇ ਨਾਲ ਸਰੋਤਾ ਉਹ ਬਿਲਕੁਲ ਭੱਜ ਜਾਣ ਆਵਾਜ਼ ਸੁਣ ਕੇ। ਮੈਂ ਇਹ ਬਿਲਕੁਲ ਨਹੀਂ ਚਾਹਾਂਗਾ। ਸਰ ਤੁਸੀਂ ਸਾਰਿਆਂ ਨੂੰ ਇੰਨੇ ਅੱਛੇ ਟਿਪਸ ਦਿੱਤੇ ਔਰ ਆਪਾਂ ਤੁਹਾਡਾ ਬਹੁਤ ਬਹੁਤ ਥੈਂਕਸ ਕਰਦੇ ਹਾਂ ਕਿ ਤੁਸੀਂ ਫਿਊਚਰ ਪਲਾਨਸ ਵੀ ਦੱਸੇ। ਔਰ ਸਰ ਤੁਸੀਂ ਇਸ ਸ਼ੋਅ ਦਾ ਹਿੱਸਾ ਬਣੇ, ਸਫਰ ਏ ਜ਼ਿੰਦਗੀ ਦਾ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਹੈ ਔਰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਮੇਰਾ ਕਨਸੈਪਟ? ਅੱਜ 31st ਐਪੀਸੋਡ ਹੈ ਇਸ ਸ਼ੋਅ ਦਾ। ਅਮੇਜ਼ਿੰਗ ਮੈਮ, ਯੂ ਆਰ ਡੂਇੰਗ ਜਸਟ ਐਬਸੋਲਿਊਟਲੀ ਜੌਬ। ਮੈਂ ਬਹੁਤ ਵਧੀਆ ਲੱਗਦਾ ਹੈ ਕਿ ਜਦੋਂ ਸਾਡੇ ਯੰਗਸਟਰ ਜਿਹੜੇ ਯੂਥ ਹੈ ਅੱਜ ਦਾ, ਉਹ ਕੁਛ ਆਊਟ ਆਫ ਦਾ ਬਾਕਸ ਜਾ ਕੇ ਸੋਚ ਰਹੇ ਨੇ। ਬਿਲਕੁਲ ਤੁਸੀਂ ਤੁਹਾਡੀਆਂ ਮੈਂ ਪੁਰਾਣੀਆਂ ਪੋਸਟਸ ਵੀ ਦੇਖੀਆਂ ਕਿ ਬਿਲਕੁਲ ਜਿਹੜੇ ਰॉ ਟੈਲੈਂਟ ਨੇ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਲੈ ਕੇ ਆਉਂਦੇ ਹੋ, ਉਹਨਾਂ ਨੂੰ ਇੱਕ ਪਲੇਟਫਾਰਮ ਦਿੰਦੇ ਹੋ ਕਿ ਉਹ ਆਪਣੇ ਆਪ ਨੂੰ ਡਿਸਕਸ ਕਰ ਸਕਦੇ ਨੇ, ਆਪਣੇ ਆਪ ਦੇ ਬਾਰੇ ਦੱਸ ਸਕਦੇ ਨੇ ਤੇ ਉਹ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ। ਮੈਂ ਕਹਿੰਦਾ ਗੋਡ ਬਲੈਸ ਯੂ, ਜਸਟ ਗੋ ਵਿਦ ਮੋਰ ਪਾਵਰ। ਸਰ ਮੈਨੂੰ ਕਾਫੀ ਟਾਈਮ ਤੋਂ ਕਾਫੀ ਜਣਿਆਂ ਫਰਮਾਇਸ਼ ਕੀਤੀ ਸੀ ਕਿ ਇੱਕ ਜਿਮ ਟ੍ਰੇਨਰ ਸਾਡੇ ਨਾਲ ਜੁੜਨ ਔਰ ਆਪਾਂ ਉਹਨਾਂ ਤੋਂ ਕੁਐਸਚਨਸ ਪੁੱਛਾਂਗੇ। ਜਿਵੇਂ ਸਰ ਤੁਸੀਂ ਅੱਜ ਲਾਈਵ ਸ਼ੋ ਦਾ ਹਿੱਸਾ ਬਣੇ ਔਰ ਸਾਰਿਆਂ ਨੇ ਇੰਜੋਏ ਵੀ ਕੀਤਾ ਔਰ ਇਹ ਵਾਲੀ ਵੀਡੀਓ IGTV ਤੇ ਸ਼ੇਅਰ ਹੋ ਜਾਏਗੀ ਔਰ ਹੋਰ ਵੀ ਜਿੱਦੇ ਫੈਨਸ ਨੇ ਸ਼ਾਇਦ ਕਮੈਂਟ ਵੀ ਆਉਣਗੇ ਔਰ ਉਸ ਤੋਂ ਅੱਗੇ ਫਿਰ ਵੀ ਤੁਹਾਡੇ ਫੋਲੋਅਰਸ ਵੀ ਤੁਹਾਨੂੰ, ਮੇਰੇ ਵੀ ਜਿੰਨੇ ਵੀ ਫੈਨਸ ਨੇ ਕੁਐਸਚਨ ਹੋਰ ਵੀ ਪੁੱਛਣਾ ਚਾਹਣਗੇ ਉਹ ਜ਼ਰੂਰ ਤੁਹਾਨੂੰ DM ਕਰਨਗੇ। ਥੈਂਕ ਯੂ ਸੋ ਮਚ ਸਰ, ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਲਾਈਵ ਸ਼ੋ ਦਾ ਹਿੱਸਾ ਥੈਂਕਸ ਟੂ ਬਣੇ। ਯੂ ਮੈਮ, ਥੈਂਕਸ ਟੂ ਯੂ, ਥੈਂਕ ਯੂ ਮੈਮ। ਸੋ ਥੈਂਕ ਯੂ ਫਰੈਂਡਸ, ਤੁਸੀਂ ਅੱਜ ਇੰਜੋਏ ਕੀਤਾ ਜਿਮ ਟ੍ਰੇਨਰ ਰਮਨ ਠਾਕੁਰ ਜੀ ਤੋਂ। ਉਹਨਾਂ ਨੇ ਕਾਫੀ ਸਾਰੇ ਟਿਪਸ ਦਿੱਤੇ ਇਸ ਲਾਈਵ ਸ਼ੋ ਦੇ ਵਿੱਚ ਔਰ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਅੱਜ ਦਾ ਲਾਈਵ ਸ਼ੋ। ਹੈਲੋ ਸੁਲਤਾਨ ਮੁਹੰਮਦ ਜੀ, ਹੈਲੋ ਸੋਨੀਆ ਜੀ, ਰਾਹੁਲ ਜੀ, ਥੈਂਕ ਯੂ ਸੋ ਮਚ ਫਰੈਂਡਸ ਤੁਹਾਡਾ ਸਾਰਿਆਂ ਦਾ। ਔਰ ਕੱਲ ਮੈਂ ਹਾਜ਼ਰ ਹੋਵਾਂਗੀ ਨਿਊ ਐਪੀਸੋਡ ਲੈ ਕੇ ਇਸ ਲਾਈਵ ਸ਼ੋ ਦਾ ਸਫਰ ਹੈ ਜ਼ਿੰਦਗੀ ਦਾ। ਤੁਸੀਂ ਕੱਲ ਵੀ ਇੰਜੋਏ ਕਰੋਗੇ, ਇੱਕ ਨਵੇਂ ਆਰਟਿਸਟ ਨਾਲ ਤੁਹਾਨੂੰ ਮਿਲਾਂਗੀ। ਥੈਂਕ ਯੂ ਸੋ ਮਚ ਫਰੈਂਡਸ ਐਂਡ ਟੇਕ ਕੇਅਰ, ਬਾਏ ਬਾਏ।